ਹੈਲੋ ਜੀ, ਕਾਂਚੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅੱਜ ਅਸੀਂ ਜੀ ਆਇਆਂ ਕਹਿੰਦੇ ਹਾਂ। ਸਾਡੀ ਹਰਮਿੰਦਰ ਕੌਰ ਰੱਤੂ ਪੰਜਾਬੀ ਕਲਚਰ ਵਿੱਚ ਹਾਜ਼ਰ ਹੋਈ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਵਾਹਿਗੁਰੂ ਦੇ ਆਸਰੇ ਦੇ ਨਾਲ ਘਰਾਂ ਵਿੱਚ ਠੀਕ ਹੋਵੋਗੇ, ਮੇਰੀ ਉਡੀਕ ਵਿੱਚ ਬੈਠੇ ਹੋਵੋਗੇ। ਤੇ ਪਹਿਲਾਂ ਆਪਾਂ ਸਾਰਿਆਂ ਨੂੰ ਹੀ ਜਿੱਥੇ ਜਿੱਥੇ ਮੇਰੀ ਆਵਾਜ਼ ਜਾਂਦੀ ਹੈ, ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕ ਜੀ ਦੀ ਅਤੇ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਕਹਿੰਦੇ ਹਾਂ ਜੀ। ਤੇ ਅੱਜ ਦਾ ਆਪਣਾ ਟੌਪਿਕ ਹੈ ਮਜ਼ਦੂਰ ਦਿਵਸ। ਮਜ਼ਦੂਰ ਦਿਵਸ 'ਤੇ ਅੱਜ ਆਪਾਂ ਟੌਪਿਕ ਰੱਖਿਆ ਹੈ। ਤੁਸੀਂ ਆਪਣੇ ਵਿਚਾਰ ਆ ਕੇ ਦੇ ਸਕਦੇ ਹੋ। ਕੋਈ ਗੱਲਬਾਤ ਕਰਨੀ ਹੋਵੇ ਜਾਂ ਕੋਈ ਕਵਿਤਾ ਪੜ੍ਹਨੀ ਹੋਵੇ, ਗੀਤ ਪੜ੍ਹਨਾ ਹੋਵੇ, ਸਾਡਾ ਸਾਥ ਲੈ ਸਕਦੇ ਹੋ ਅਤੇ ਸਾਥ ਦੇ ਸਕਦੇ ਹੋ। ਆ ਜਾਓ, ਚਲੇ ਆਓ। ਆਪਾਂ ਮਜ਼ਦੂਰ ਦਿਵਸ 'ਤੇ ਅੱਜ ਦਾ ਟੌਪਿਕ, ਅੱਜ ਦੀ ਗੱਲਬਾਤ ਕਰਾਂਗੇ। ਅਤੇ ਆਪਾਂ ਸਾਰਿਆਂ ਨੇ ਜਿਸ ਤਰ੍ਹਾਂ ਦਾ ਟੌਪਿਕ ਹੋਵੇ ਉਸ ਤਰ੍ਹਾਂ ਦਾ ਹੀ ਗੱਲ ਕੀਤੀ ਜਾਵੇ ਤਾਂ ਬਹੁਤ ਚੰਗੀ ਹੁੰਦੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਮਜ਼ਦੂਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਪੰਜਾਬ ਵਿੱਚ, ਤੁਸੀਂ ਸਾਰੇ ਜਾਣਦੇ ਹੋ। ਇਹ ਬਹੁਤ ਚਿਰ ਤੋਂ ਮਨਾਉਂਦੇ ਆਏ ਹਨ। ਆਪਾਂ ਨੂੰ ਇਹ ਮੌਕਾ ਤਾਂ ਮਿਲਿਆ ਹੈ ਕਿਉਂਕਿ ਸਾਡੀ ਕੌਮ ਦਾ ਕਾਂਚੀ ਟੀਵੀ ਚੈਨਲ ਖੁੱਲ੍ਹਾ ਹੈ। ਇਸ ਕਰਕੇ ਆਪਾਂ ਇੱਥੇ ਬੈਠ ਕੇ ਸਾਰੀ ਹੀ ਜਾਣਕਾਰੀ ਗੱਲਬਾਤ ਕਰ ਸਕਦੇ ਹਾਂ। ਜਦੋਂ ਦਾ ਆਪਣਾ ਕਾਂਚੀ ਟੀਵੀ ਖੁੱਲ੍ਹਾ ਹੈ, ਕੋਈ ਨਾ ਕੋਈ ਆਪਾਂ ਬਹੁਤ ਸਾਰਾ ਸੋਚਣ ਨੂੰ, ਸਮਝਣ ਨੂੰ ਬਹੁਤ ਕੁਛ ਮਿਲਿਆ, ਬਹੁਤ ਕੁਛ ਸਿੱਖਿਆ ਕਾਂਚੀ ਟੀਵੀ ਤੋਂ। ਅਤੇ ਆ ਜਾਓ, ਚਲੇ ਆਓ। ਅੱਜ ਦਾ ਟੌਪਿਕ ਮਜ਼ਦੂਰ ਦਿਵਸ, ਇਹ 'ਤੇ ਆਪਾਂ ਗੱਲਬਾਤ ਕਰਾਂਗੇ। ਹਾਂਜੀ, ਪਹਿਲਾਂ ਸਾਰਿਆਂ ਨੂੰ ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸਾਰੇ ਭਾਰਤ ਨੂੰ, ਯੂਰਪ ਨੂੰ, ਕਾਂਚੀ ਟੀਵੀ ਵੱਲੋਂ, ਕਾਂਚੀ ਟੀਵੀ ਦੀ ਸਾਰੀ ਟੀਮ ਵੱਲੋਂ ਅਤੇ ਰੱਤੂ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਜੋ ਕਿ 1 ਮਈ ਦਿਨ, ਐਤਵਾਰ ਵਾਲੇ ਦਿਨ ਮਨਾਇਆ ਗਿਆ। ਦੂਜੀਆਂ ਵਧਾਈਆਂ ਸਾਰੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਈਦ ਮੁਬਾਰਕ ਹੋਵੇ। ਈਦ ਮੁਬਾਰਕ ਦੀਆਂ ਸਾਰਿਆਂ ਨੂੰ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਕਿਉਂਕਿ ਸਾਰੇ ਤਿਉਹਾਰ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ, ਇਕਜੁੱਟ ਹੋ ਕੇ। ਜਦੋਂ ਆਪਾਂ ਨੂੰ ਸਾਰੀਆਂ ਖੁਸ਼ੀਆਂ ਆਪਾਂ ਰਲ ਮਿਲ ਕੇ ਮਨਾਵਾਂਗੇ, ਆਪਾਂ ਇੱਕੋ ਹੀ ਇਨਸਾਨ ਹੈ। ਰੱਬ ਨੇ, ਅੱਲਾ ਨੇ, ਵਾਹਿਗੁਰੂ ਨੇ ਸਾਨੂੰ ਇੱਕ ਤਰ੍ਹਾਂ ਹੀ ਬਣਾਇਆ ਹੈ ਅਤੇ ਆਪਾਂ ਨੂੰ ਕੋਈ ਫਰਕ ਨਹੀਂ ਹੋਣਾ ਚਾਹੀਦਾ। ਸਾਰਿਆਂ ਦੀਆਂ ਖੁਸ਼ੀਆਂ ਵਿੱਚ, ਸਾਰਿਆਂ ਦੇ ਤਿਉਹਾਰਾਂ ਵਿੱਚ ਆਪਾਂ ਹਿੱਸਾ ਲਈਏ ਅਤੇ ਇਸ ਰੌਣਕ ਨੂੰ ਵਧਾਈਏ। ਚਲੇ ਆਓ, ਆ ਕੇ ਤੁਸੀਂ ਈਦ ਦੀਆਂ ਮੁਬਾਰਕਾਂ ਵੀ ਦੇ ਸਕਦੇ ਹੋ, ਮਜ਼ਦੂਰ ਦਿਵਸ ਦੀਆਂ ਵਧਾਈਆਂ ਵੀ ਦੇ ਸਕਦੇ ਹੋ, ਗੱਲਬਾਤ ਵੀ ਕਰ ਸਕਦੇ ਹੋ, ਕਵਿਤਾ, ਗੀਤ ਕੋਈ ਵੀ ਪੜ੍ਹ ਸਕਦੇ ਹੋ। ਆ ਜਾਓ, ਚਲੇ ਆਓ। ਜਦੋਂ ਤੱਕ ਕੋਲ ਨਹੀਂ ਆਉਂਦੀ ਉਦੋਂ ਤੱਕ ਮੈਂ ਤੁਹਾਨੂੰ ਥੋੜ੍ਹੇ ਜਿਹੇ ਇਹ ਮੈਸੇਜ ਦੱਸ ਦਿੰਦੀ ਹਾਂ। ਇਹ ਮਜ਼ਦੂਰ ਦਿਵਸ ਦੇ ਸਤਿਕਾਰ, ਉਹਨਾਂ ਦੇ ਏਕਤਾ ਅਤੇ ਹੱਕਾਂ ਦੇ ਸਮਰੱਥਾ ਵਿੱਚ ਮਨਾਇਆ ਜਾਂਦਾ ਹੈ। ਮਜ਼ਦੂਰ ਕਿੰਨਾ ਵੀ ਮਾਲਕ, ਕਿੰਨਾ ਵੀ ਬਹੁਤ ਅਮੀਰ ਹੋਵੇ, ਉਹ ਮਜ਼ਦੂਰ ਦੇ ਨਾਲ ਹੀ ਅਮੀਰ ਹੁੰਦਾ ਹੈ। ਕਿਉਂਕਿ ਮਜ਼ਦੂਰ, ਜਿੰਨਾ ਚਿਰ ਮਜ਼ਦੂਰ ਮਿਹਨਤ ਨਹੀਂ ਕਰਦਾ, ਮਾਲਕ ਦੀ ਤਰੱਕੀ ਨਹੀਂ ਹੁੰਦੀ।
ਮਜ਼ਦੂਰ ਬਹੁਤ ਹਾਰਡ ਮਿਹਨਤ ਕਰਦਾ ਹੈ। ਹੈਲੋ ਜੀ, ਹੈਲੋ ਜੀ, ਹੈਲੋ ਹੈਲੋ, ਹਾਂਜੀ ਹਾਂਜੀ, ਜੈ ਗੁਰੂਦੇਵ। ਧੰਨ ਗੁਰਦੇਵ ਵੀਰ ਜੀ। ਗੁਰੂਦੇਵ, ਪਹਿਲਾਂ ਤਾਂ ਈਦ ਦੀਆਂ ਸਭ ਨੂੰ ਮੇਰੀ ਮਦਨ ਬੇਜ ਦੀ ਤਰਫ ਤੇ ਵਧਾਈਆਂ ਪੇਸ਼ ਕਰਦਾ ਹਾਂ। ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਕਹਿੰਦੇ ਨੇ ਕਿਸੇ ਦੀ ਗਰੀਬੀ ਜਿਹੜੀ ਮਜ਼ਦੂਰ ਹੁੰਦੀ ਹੈ, ਗਰੀਬ ਜ਼ਿਆਦਾ ਹੁੰਦਾ, ਉਹ ਕਮਾਈ ਕਰਦਾ ਕਿਉਂ ਭੇਡ ਨਹੀਂ ਖਾਦਾ। ਵੀਰ ਜੀ ਜਰਾ ਟੈਲੀਫੋਨ ਆਪਣੇ ਮੂੰਹ ਦੇ ਮੂਹਰੇ ਰੱਖੋ ਜਰਾ। ਕੀ ਗੱਲ ਅੱਗੇ ਆਵਾਜ਼ ਸਾਫ਼ ਨਹੀਂ ਆਉਂਦੀ। ਹੁਣ ਆਉਂਦੀ? ਹਾਂਜੀ ਉਹਨਾਂ ਦੀ ਕਹਿੰਦਾ ਕਿਸੇ ਦੀ ਗਰੀਬੀ ਦਾ ਮਖੌਲ ਨਹੀਂ ਉਡਾਈਦਾ ਜੀ। ਜਿਹੜੀ ਗਰੀਬੀ ਹੁੰਦੀ ਹੈ ਪੈਸੇ ਦੀ ਨਹੀਂ ਹੁੰਦੀ, ਕਰਮਾਂ ਦੀ ਹੁੰਦੀ ਆ। ਕੋਈ ਇੰਨਾ ਲੂਲਾ ਬੂਲਾ ਕਾਲਾ ਉਹਦੇ ਤੇ ਕਦੀ ਹੱਸਣਾ ਨਹੀਂ ਚਾਹੀਦਾ। ਵਕਤ ਇੱਕ ਇਹੀ ਜਿਹੀ ਚੀਜ਼ ਆ, ਅੱਜ ਉਹਦੇ ਤੇ ਕੱਲ ਨੂੰ ਸਾਡੇ ਤੇ ਵੀ ਆ ਸਕਦਾ। ਹਾਂਜੀ, ਇਸ ਵਕਤ ਦੇ ਅੱਗੇ ਬੜੇ ਬੜੇ ਪੀਰ ਪਕੰਬਾਂ ਨੇ ਹੱਥ ਖੜੇ ਕਰ ਦਿੱਤੇ। ਹਾਂਜੀ, ਕਹਿੰਦਾ ਕਿਸੇ ਦੀ ਗਰੀਬੀ ਦਾ ਮਖੌਲ ਨਹੀਂ ਉਡਾਈਦਾ, ਰੱਬ ਦਾ ਦਿੱਤਾ ਹੋਇਆ ਵੰਡ ਵੰਡ ਖਾਈਦਾ ਜੀ। ਉਹਨਾਂ ਦੇ ਵੀ ਦਿਲਾਂ ਵਿੱਚ ਅਰਮਾਨ ਬੇਸ਼ੁਮਾਰ ਨੇ ਜੀ। ਹਾਂਜੀ, ਥੈਂਕ ਯੂ। ਉਹਨਾਂ ਦੇ ਵੀ ਦਿਲਾਂ ਵਿੱਚ ਅਰਮਾਨ ਬੇਸ਼ੁਮਾਰ ਨੇ, ਉਹ ਵੀ ਦਿਲੋਂ ਕਰਦੇ ਨੇ ਸਤਿਕਾਰ ਨੇ। ਉਹ ਵੀ ਦਿਲੋਂ ਕਰਦੇ ਨੇ ਸਤਿਕਾਰ। ਦੁਖੀ ਹੋਏ ਦਿਲਾਂ ਨੂੰ ਹੋਰ ਨਹੀਂ ਸਤਾਈਦਾ ਜੀ। ਦੁਖੀ ਹੋਏ ਦਿਲਾਂ ਨੂੰ ਹੋਰ ਨਹੀਂ ਸਤਾਈਦਾ, ਕਿਸੇ ਦੀ ਗਰੀਬੀ ਦਾ ਮਖੌਲ ਨਹੀਂ ਉਡਾਈਦਾ, ਰੱਬ ਦਾ ਦਿੱਤਾ ਹੋਇਆ ਵੰਡ ਵੰਡ ਖਾਈਦਾ ਜੀ। ਹਾਂਜੀ। ਪੈਸੇ ਦੇ ਹੰਕਾਰ ਵਿੱਚ ਰੱਬ ਨੂੰ ਤੂੰ ਭੁੱਲਿਆ, ਪੈਸੇ ਦੇ ਹੰਕਾਰ ਵਿੱਚ ਰੱਬ ਨੂੰ ਤੂੰ ਭੁੱਲਿਆ, ਫੁੱਲਾਂ ਜਿਹੇ ਬਾਣੇ ਪਾ ਕੇ ਐਵੇਂ ਤੂੰ ਡੁੱਲਿਆ ਜੀ। ਫੁੱਲਾਂ ਜਿਹੇ ਬਾਣੇ ਪਾ ਕੇ ਐਵੇਂ ਤੂੰ ਦਿੱਤੀ ਜੀ ਨੂੰ ਦਾਤਾ ਸਜ਼ਾ ਹੋਰ ਨਹੀਂ ਸਤਾਈਦਾ, ਦਿੱਤੀ ਜੀ ਨੂੰ ਦਾਤੇ ਸਜ਼ਾ ਹੋਰ ਨਹੀਂ ਸਤਾਈਦਾ, ਕਿਸੇ ਦੀ ਗਰੀਬੀ ਦਾ ਮਖੌਲ ਨਹੀਂ ਉਡਾਈਦਾ, ਰੱਬ ਦਾ ਦਿੱਤਾ ਹੋਇਆ ਵੰਡ ਵੰਡ ਖਾਈਦਾ। ਪ੍ਰੇਮੀ ਵਾਂਗ ਬਣ ਜਾ ਦੁਖੀਆਂ ਦਾ ਦਰਦੀ, ਪ੍ਰੇਮੀ ਵਾਂਗ ਬਣ ਜਾ ਦੁਖੀਆਂ ਦਾ ਦਰਦੀ, ਦੇਖ ਸਾਰੀ ਕੁਦਰਤ ਕਿਵੇਂ ਇੱਜ਼ਤ ਕਰਦੀ। ਦੇਖ ਸਾਰੀ ਕੁਦਰਤ ਕਿਵੇਂ ਆਪੇ ਮਿਟ ਜਾਂਦੀ ਭੁੱਖ ਜੇ ਮਦਨਾ ਭੁੱਖੇ ਨੂੰ ਖਿਲਾਈਦਾ, ਆਪੇ ਮਿਟ ਜਾਂਦੀ ਭੁੱਖ ਤੇ ਮਦਨਾ ਭੁੱਖੇ ਨੂੰ ਖਿਲਾਈਦਾ, ਕਿਸੇ ਦੀ ਗਰੀਬੀ ਦਾ ਮਖੌਲ ਨਹੀਂ ਉਡਾਈਦਾ, ਰੱਬ ਦਾ ਦਿੱਤਾ ਹੋਇਆ ਵੰਡ ਵੰਡ ਖਾਈਦਾ ਜੀ। ਥੈਂਕ ਯੂ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਇਹ ਤਾਂ ਮਦਨ ਵੀਰ ਜੀ ਲਿਸਟਰ ਤੋਂ, ਇਹਨਾਂ ਨੇ ਮਜ਼ਦੂਰਾਂ 'ਤੇ ਕਵਿਤਾ ਪੜ੍ਹੀ, ਬਹੁਤ ਵਧੀਆ। ਕਿਉਂਕਿ ਮਜ਼ਦੂਰ ਬਹੁਤ ਹਾਰਡ ਮਿਹਨਤ ਕਰਦੇ ਹਨ, ਪਰਿਵਾਰ ਪਾਲਣ ਲਈ ਉਹਨਾਂ ਨੂੰ ਬਹੁਤ ਕੁਛ ਕਰਨਾ ਪੈਂਦਾ ਹੈ। ਚਲੋ ਆਪਾਂ ਤਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਆਪਾਂ ਨੂੰ ਪੂਰੇ ਹੱਕ ਮਿਲਦੇ ਆ। ਇਹ ਹੱਕ ਕਿਹਨੇ ਲੈ ਕੇ ਦਿੱਤੇ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ। ਉਹਨਾਂ ਨੇ ਇਹ ਹੱਕ ਨਾ ਦਿੱਤੇ ਹੁੰਦੇ ਤੇ ਅੱਜ ਆਪਾਂ ਵੀ ਭਾਰਤ ਵਿੱਚ ਇੱਦਾਂ ਹੀ ਅਖਿਆਈਆਂ ਤੰਗੀਆਂ ਕੱਟਣੀਆਂ ਸੀਗੀਆਂ। ਇੱਥੇ ਆ ਕੇ ਚਲੋ ਮਿਹਨਤ ਤਾਂ ਕਰਨੀ ਪੈਂਦੀ ਆ, ਪਰ ਫਿਰ ਵੀ ਹੱਕ ਗੌਰਮੈਂਟ ਨੇ ਕਾਨੂੰਨ ਦੇ, ਇੱਥੇ ਕਾਨੂੰਨ ਹੈਗਾ, ਇਸ ਕਰਕੇ ਹੱਕ ਸਹੀ ਤਰੀਕੇ ਨਾਲ ਮਿਲਦੇ ਆ ਤੇ ਆਪਾਂ ਦੱਸਦੇ ਜਾਈਏ। ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ 1 ਮਈ 1886 ਨੂੰ ਅਮਰੀਕਾ ਵਿੱਚ ਹੋਈ। ਇਸ ਦਿਵਸ ਦੀ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ 1 ਮਈ 1886 ਨੂੰ ਅਮਰੀਕਾ ਵਿੱਚ ਹੋਈ ਸੀ। ਅਮਰੀਕਾ ਵਾਲਿਆਂ ਨੇ ਉਦੋਂ ਇਹ ਦਿਨ ਮਨਾਇਆ ਸੀ। ਭਾਰਤ ਵਿੱਚ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1923 ਨੂੰ ਹੋਈ ਸੀ। ਦੇਖੋ ਜੀ, ਭਾਰਤ ਵਿੱਚ ਵੀ ਬਹੁਤ ਚਿਰ ਹੋ ਗਿਆ, ਹਾਲੇ ਤੱਕ ਵੀ ਉੱਥੇ ਹੱਕ ਪੂਰੇ ਨਹੀਂ ਮਿਲ ਰਹੇ। ਇਸ ਦਿਨ ਮਜ਼ਦੂਰਾਂ ਦੇ ਹਿੱਤਾਂ ਦੇ ਬਾਰੇ ਵਿੱਚ ਜਾਗਰਤ ਫੈਲਾਈ ਜਾਂਦੀ ਹੈ। ਇਸ ਦਿਨ
ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਦੁਨੀਆ ਦੇ ਲਗਭਗ 80 ਦੇਸ਼ਾਂ ਵਿੱਚ ਕੀਤਾ ਜਾਂਦਾ ਹਨ। ਇਸ ਦਿਨ ਰਾਸ਼ਟਰ ਛੁੱਟੀ ਵੀ ਹੁੰਦੀ ਹੈ। ਮਜ਼ਦੂਰ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਹੈ। ਦੇਖੋ ਜੀ, ਮੈਂ ਤਾਂ ਪਹਿਲਾਂ ਹੀ ਦੱਸਿਆ ਹੈ ਕਿ ਮਜ਼ਦੂਰ ਆਪਣਾ ਤਨ ਮਨ ਲਾ ਕੇ ਮਿਹਨਤ ਕਰਦਾ ਹੈ, ਬਹੁਤ ਹਾਰਡ ਮਿਹਨਤ ਕਰਦਾ ਹੈ ਪਰਿਵਾਰ ਪਾਲਣ ਲਈ। ਕੰਮ ਤਾਂ ਆਪਾਂ ਇੱਥੇ ਵੀ ਸਾਰੇ ਹੀ ਕਰਦੇ ਹਾਂ। ਕੰਮ ਤੋਂ ਕੀਤੇ ਬਗੈਰ ਇਹ ਕਿਤੇ ਵੀ ਨਹੀਂ ਸੁੱਖ ਹੈਗਾ, ਕਿਤੇ ਵੀ ਨਹੀਂ ਐਸ਼ ਕਰ ਸਕਦੇ। ਕੰਮ ਕਰਨਾ ਵੀ ਚਾਹੀਦਾ ਆ। ਪਰਮਾਤਮਾ ਨੇ ਹੱਥ ਪੈਰ ਸਾਰੇ ਅੰਗ ਪੈਰ ਬਣਾ ਕੇ ਆਪਾਂ ਨੂੰ ਭੇਜਿਆ ਹੈ। ਇਹ ਕੰਮ ਕਰਨ ਵਾਸਤੇ ਭੇਜਿਆ ਹੈ, ਚੰਗੇ ਕੰਮ ਕਰਨ ਵਾਸਤੇ, ਮਾੜੇ ਨਹੀਂ। ਚੰਗੀ ਦਸਾਂ ਨਾਹਾਂ ਦੀ ਕਿਰਤ ਕਰੋ, ਉਹਦੇ ਨਾਲ ਵੰਡ ਛਕੋ। ਇਹ ਸਤਿਗੁਰਾਂ ਨੇ ਕਿਹਾ ਹੈ ਕਿ ਵੰਡ ਛਕਣ ਦੇ ਨਾਲ ਪਿਆਰ ਵੀ ਵੱਧਦਾ ਆ ਅਤੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਵੀ ਰਹਿੰਦੀ ਹੈ। ਸਾਨੂੰ ਕਦੀ ਵੀ ਮਜ਼ਦੂਰਾਂ ਦੇ ਯੋਗਦਾਨ ਨੂੰ ਭੁੱਲਣਾ ਨਹੀਂ ਚਾਹੀਦਾ। ਮਜ਼ਦੂਰ ਹਰ ਵੇਲੇ ਆਪਣੀ ਜਾਨ 'ਤੇ ਖੇਲ ਕੇ ਖੂਨ ਪਸੀਨੇ ਦੀ ਕਮਾਈ ਕਰਦੇ ਹਨ। ਮਾਲਕ ਭਾਵੇਂ ਕਿੰਨਾ ਹੀ ਅਮੀਰ ਕਿਉਂ ਨਾ ਹੋਵੇ, ਉਹ ਮਜ਼ਦੂਰ ਦੇ ਬਗੈਰ ਕਦੀ ਮਾਲਕ ਨਹੀਂ ਬਣ ਸਕਦਾ, ਕਿਉਂਕਿ ਭਾਵੇਂ ਹੀ ਉਹ ਪੈਸੇ ਲਈ ਕੰਮ ਕਰਦਾ ਹੈ, ਪਰ ਫਿਰ ਵੀ ਮਜ਼ਦੂਰ ਬਹੁਤ ਮਿਹਨਤ ਕਰਦਾ ਹੈ। ਮਜ਼ਦੂਰ ਇੱਕ ਇੰਨਾ ਜ਼ਿੰਮੇਵਾਰ ਇਨਸਾਨ ਹੁੰਦਾ ਹੈ। ਦੇਖੋ, ਇੱਥੇ ਵੀ ਚਾਹੇ ਭਾਰਤ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ 12-12 ਘੰਟੇ ਡਿਊਟੀ ਕਰਦੇ ਸੀਗੇ। ਜਦੋਂ ਦੇ ਬਾਬਾ ਸਾਹਿਬ ਨੇ ਹੱਕ ਲੈ ਕੇ ਦਿੱਤੇ ਹੈ, ਉਦੋਂ ਤੋਂ 8 ਘੰਟੇ ਡਿਊਟੀ ਹੋਈ ਹੈ। ਅੱਗੇ 12 ਘੰਟੇ ਵੀ ਡਿਊਟੀ ਕਰ ਲੈਣੀ, ਥੱਕ ਟੁੱਟ ਕੇ ਘਰ ਬੱਚਿਆਂ ਦੇ ਵਿੱਚ ਆਉਣਾ, ਫੈਮਿਲੀ ਦੇ ਵਿੱਚ ਆਉਣਾ, ਅਤੇ ਫੈਮਿਲੀ ਦਾ ਗੁਜ਼ਾਰਾ ਫਿਰ ਵੀ ਔਖਾ ਹੁੰਦਾ ਸੀਗਾ। ਮਜ਼ਦੂਰ ਦੀ ਇਹ ਹਾਲਤ ਹੁੰਦੀ ਸੀਗੀ। ਅਤੇ ਹੁਣ ਮਜ਼ਦੂਰ ਦਿਵਸ ਮਨਾਉਣ ਨਾਲ ਲੋਕਾਂ ਦੇ ਵਿੱਚ ਬਹੁਤ ਜਾਗਰਿਤ ਆਈ ਹੈ। ਬਹੁਤ ਮਜ਼ਦੂਰ ਨੂੰ ਮਾਣ ਮਿਲਦਾ ਹੈ। ਯੂਰਪ ਕੰਟਰੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਪੂਰੇ ਹੱਕ ਮਿਲਦੇ ਹਨ। ਇੱਥੇ ਜੋ ਵੀ ਗੌਰਮੈਂਟ ਦਾ ਰੇਟ ਹੈ ਉਹ ਦਿੰਦੇ ਹਨ, ਪਰ ਇੰਡੀਆ ਦੇ ਵਿੱਚ ਹਾਲੇ ਵੀ ਬਹੁਤ ਗਰੀਬੀ, ਬਹੁਤ ਫੈਮਲੀਆਂ ਦੇ ਵਿੱਚ ਬਹੁਤ ਤੰਗੀ ਹੈ। ਇੱਕ ਜਣਾ ਕਮਾਈ ਕਰਦਾ ਹੈ ਅਤੇ 4-5 ਜਣੇ ਪਿੱਛੇ ਖਾਣ ਵਾਲੇ ਹੁੰਦੇ ਹਨ। ਇਸ ਕਰਕੇ ਉਸ ਦੀ ਮਜ਼ਦੂਰੀ ਦੇ ਨਾਲ ਘਰ ਦਾ ਗੁਜ਼ਾਰਾ ਵੀ ਔਖਾ ਹੁੰਦਾ ਹੈ। ਹੁਣ ਬੱਚੇ ਗਾਂਹ ਪੜ੍ਹੇ ਲਿਖੇ ਹੋ ਗਏ ਹੈ, ਉਹਨਾਂ ਨੂੰ ਇੰਨਾ ਪਤਾ ਹੈ ਕਿ ਪੂਰਾ ਹੱਕ ਕਿਸ ਤਰ੍ਹਾਂ ਲੈਣਾ ਹੈ। ਕੰਮਕਾਰ ਪੜ੍ਹਾਈਆਂ ਲਿਖਾਈਆਂ ਦੇ ਕਰਦੇ ਆ, ਅਤੇ ਅੱਜ ਸਮਾਂ ਜਿਹੜਾ ਪੰਜਾਬ ਦਾ ਕਾਫੀ ਬਿਹਤਰ ਹੋ ਰਿਹਾ ਹੈ, ਕਿਉਂਕਿ ਬੱਚੇ ਪੜ੍ਹੇ ਲਿਖੇ ਹਨ। ਇਹ 2 ਲਾਈਨਾਂ ਮੈਂ ਪੜ੍ਹਾਂਗੀ। ਗੁਲਾਮੀ ਕਿਸੇ ਵੀ ਦੀ ਨਹੀਂ ਹੋਣੀ ਸਹਿਜੀ, ਗੁਲਾਮੀ ਕਿਸੇ ਦੀ ਨਹੀਂ ਹੋਣੀ ਸਹਿਜੀ, ਚਾਹੇ ਕੋਈ ਕਿੰਨਾ ਹੀ ਖਾਸ ਕਿਉਂ ਨਾ ਹੋਵੇ। ਜਦੋਂ ਆਪਾਂ ਮਿਹਨਤ ਕਰਦੇ ਆ ਨਾ, ਮਿਹਨਤ ਦਾ ਪੂਰਾ ਹੱਕ, ਪੂਰੀ ਮਿਹਨਤ ਮਿਲਣੀ ਚਾਹੀਦੀ ਆ, ਕਿਉਂਕਿ ਜਿੱਥੇ ਮਿਹਨਤ ਕਰਦਾ ਆ ਉਹ ਭਾਵੇਂ ਕਿੰਨਾ ਵੀ ਖਾਸ ਹੋਵੇ, ਉਹਦੇ ਤੋਂ ਮਿਹਨਤ ਪੂਰੀ ਮਿਲਣੀ ਵੀ ਚਾਹੀਦੀ ਆ ਅਤੇ ਲੈਣੀ ਵੀ ਚਾਹੀਦੀ ਆ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮਜ਼ਦੂਰਾਂ ਨੂੰ ਕੀ ਦੇਣ ਸੀਗੀ?
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮਜ਼ਦੂਰਾਂ ਨੂੰ ਕੀ ਦੇਣ ਸੀ? ਬਾਬਾ ਸਾਹਿਬ ਜੀ ਨੇ ਸੰਵਿਧਾਨ ਦਿਵਸ ਲਿਖ ਕੇ ਸਾਰੀ ਦੁਨੀਆ ਦੇ ਮਜ਼ਦੂਰਾਂ ਨੂੰ ਹੱਕ ਲੈ ਕੇ ਦਿੱਤੇ। ਉਹਨਾਂ ਨੇ ਦੁਨੀਆ ਨੂੰ ਸੌਖਾ ਕੀਤਾ। ਜਦੋਂ ਹੱਕ ਮਿਲਦੇ ਆ ਨਾ ਤਾਂ ਫਿਰ ਪੂਰੀ ਮਿਹਨਤ ਮਿਲਦੀ ਹੈ। ਹੱਕ ਲੈ ਕੇ ਦਿੱਤੇ। ਕੰਮਾਂ ਤੇ ਯੂਰਪ ਵਿੱਚ ਵੀ ਅਸੀਂ ਪੂਰੇ ਹੱਕ ਲਈ ਬਾਬਾ ਸਾਹਿਬ ਕਰਕੇ ਹੀ ਇਹ ਆਨੰਦ ਮਾਣਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਬਾਬਾ ਸਾਹਿਬ ਨੇ ਜੋ ਵੀ ਹੱਕ ਦਿੱਤੇ ਆ ਉਹ ਸਾਰੇ ਆਪਾਂ ਨੂੰ ਲਾਗੂ ਹੋਏ ਆ। ਉਹਨਾਂ ਹੱਕਾਂ ਕਰਕੇ ਆਪਾਂ ਚੰਗੀਆਂ ਚੰਗੀਆਂ ਕੰਟਰੀਆਂ ਦੇ ਵਿੱਚ ਆ ਕੇ ਮਿਹਨਤਾਂ ਕਰਕੇ ਸੈਟਲ ਹੋਏ ਹਾਂ। ਇੱਥੇ ਵੀ ਬਿਨਾਂ ਮਿਹਨਤ ਤੋਂ, ਬਿਨਾਂ ਕੰਮ ਕੀਤੇ ਤੋਂ ਇੱਥੇ ਵੀ ਬਹੁਤ ਔਖਾ ਆ ਗੁਜ਼ਾਰਾ। ਇਸ ਕਰਕੇ ਆਪਾਂ ਨੂੰ ਮਜ਼ਦੂਰ ਦਿਵਸ 'ਤੇ ਆ ਕੇ ਉਹਨਾਂ ਦੇ ਹੌਸਲੇ ਵਧਾਈ ਲਈ ਟੈਲੀਫੋਨ ਕਰਨਾ ਚਾਹੀਦਾ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਐਡਾ ਵੱਡਾ ਦਿਨ ਸੀਗਾ, ਤੁਸੀਂ ਉਹਨਾਂ ਦਾ ਸਾਥ ਨਾ ਦਓਗੇ ਤਾਂ ਕਿੰਨਾ ਇਹ ਬਹੁਤ ਚੰਗੀ ਗੱਲ ਨਹੀਂ। ਕਿਉਂਕਿ ਆਪਣੇ ਮੀਡੀਆ 'ਤੇ ਹਰ ਇੱਕ ਜੋ ਵੀ ਗੱਲਬਾਤ ਹੁੰਦੀ ਆ ਪੰਜਾਬ ਵਿੱਚ, ਖਬਰਾਂ, ਨਿਊਜ਼, ਗੀਤ ਸੰਗੀਤ, ਫਿਲਮਾਂ, ਚੰਗੇ ਬੁਰੇ ਟਾਈਮ ਦੀ ਫਿਲਮ ਉਹ ਤੁਹਾਨੂੰ ਦਿਖਾਈ ਜਾਂਦੀ ਹੈ। ਅਤੇ ਬਹੁਤ ਜਿਹੜੇ ਏਰੀਏ ਬਹੁਤ ਗਰੀਬ ਦੁਖੀ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਂਦੀ ਆ। ਕਿਉਂਕਿ ਭੋਲੀ ਭੈਣ ਜੀ ਉਹ ਪ੍ਰੋਗਰਾਮ ਘਰ ਭਲਾ ਸੋ ਹੋ ਭਲਾ ਕਰਦੀ ਆ। ਉਸ ਵਿੱਚ ਇਹ ਆਪਣਾ ਮੀਡੀਆ ਕਰਕੇ ਇਸ 'ਤੇ ਸਾਰੀ ਗੱਲਬਾਤ ਕੀਤੀ ਜਾਂਦੀ ਹੈ। ਮਜ਼ਦੂਰ ਦੇ ਬਾਰੇ ਮੈਂ ਇੱਕ ਕਵਿਤਾ ਪੜ੍ਹਦੀ ਹਾਂ। ਕਿੰਨਾ ਦੁਖਦਾਈ ਹੁੰਦਾ ਇੱਕ ਮਜ਼ਦੂਰ ਹੋਣਾ, ਕਿੰਨਾ ਦੁਖਦਾਈ ਹੁੰਦਾ ਇੱਕ ਮਜ਼ਦੂਰ ਹੋਣਾ, ਸਜ਼ਾ ਭੁਗਤ ਲੈਣਾ ਕੋਈ ਨਾ ਕਸੂਰ ਹੋਣਾ, ਸਜ਼ਾ ਭੁਗਤ ਲੈਣਾ ਕੋਈ ਨਾ ਕਸੂਰ ਹੋਣਾ, ਰੀਝਾਂ ਨੱਪ ਲੈਣਾ ਖੁਸ਼ੀਆਂ ਤੋਂ ਦੂਰ ਹੋਣਾ। ਜਦੋਂ ਕੰਮ ਕਰਕੇ ਮਜ਼ਦੂਰ ਦਾ ਖਰਚਾ ਨਾ ਤੁਰੇ ਤਾਂ ਰੀਝਾਂ ਨੱਪਣੀਆਂ ਪੈਂਦੀਆਂ ਆ, ਖੁਸ਼ੀਆਂ ਤੋਂ ਦੂਰ ਹੋਣਾ ਪੈਂਦਾ ਆ। ਪਰਿਵਾਰ ਦੀਆਂ ਖੁਸ਼ੀਆਂ ਕਾਰਨ, ਪਰਿਵਾਰ ਨੂੰ ਖੁਸ਼ੀ ਦੇਣ ਕਰਕੇ, ਪਰਿਵਾਰ ਦੀਆਂ ਰੀਝਾਂ ਪੂਰੀਆਂ ਕਰਨ ਵਾਸਤੇ ਘਰ ਦਾ ਜਿਹੜਾ ਵੱਡਾ ਕੰਮ ਕਰਦਾ ਆ ਪਿਤਾ, ਉਸ ਨੂੰ ਆਪਣੀਆਂ ਰੀਝਾਂ ਮਾਰਨੀਆਂ ਪੈਂਦੀਆਂ। ਥੋੜ੍ਹਾ ਖਾ ਕੇ ਵੀ ਕੰਮ ਦਾ ਸਰੂਰ ਹੋਣਾ, ਥੋੜ੍ਹਾ ਖਾ ਕੇ ਵੀ ਕੰਮ ਦਾ ਸਰੂਰ ਹੋਣਾ, ਖੁਆਬ ਵੇਚ ਦੇਣੇ ਇੰਨਾ ਮਜਬੂਰ ਹੋਣਾ। ਕਈ ਵਾਰੀ ਆਪਾਂ ਇੰਨੇ ਔਖੇ ਹੋ ਜਾਂਦੇ ਹਾਂ, ਜਿੰਨਾ ਕੰਮ ਕਰਦੇ ਹਾਂ ਫਿਰ ਵੀ ਮਜ਼ਦੂਰ ਦਾ ਗੁਜ਼ਾਰਾ ਨਹੀਂ ਹੁੰਦਾ। ਕਿਉਂਕਿ ਪਹਿਲਾਂ ਤੋਂ ਇੱਥੇ ਤਾਂ ਪੂਰਾ ਹੱਕ ਮਿਲਦਾ ਆ। ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਅੱਧੀ ਗਰੀਬੀ ਇਸ ਕਰਕੇ ਆ, ਮਿਹਨਤ ਦਾ ਉਹਨਾਂ ਨੂੰ ਹੱਕ ਪੂਰਾ ਨਹੀਂ ਮਿਲਦਾ। ਜਿਹੜੇ ਬੱਚੇ ਪੜ੍ਹੇ ਲਿਖੇ ਹਨ, ਚੰਗੀਆਂ ਨੌਕਰੀਆਂ ਕਰਦੇ ਹਨ, ਚੰਗੇ ਕੰਮ ਕਰਦੇ ਹਨ, ਉਹਨਾਂ ਦਾ ਬਹੁਤ ਵਧੀਆ ਗੁਜ਼ਾਰਾ ਆ। ਐਸੀ ਕੋਈ ਗੱਲ ਨਹੀਂ, ਬਹੁਤ ਦੁਨੀਆ ਉੱਥੇ ਵੀ ਅਮੀਰ ਹੈ, ਪਰ ਜ਼ਿਆਦਾ ਕਰਕੇ ਹਾਲੇ ਵੀ ਬਹੁਤ ਲੋਕ ਗਰੀਬ ਹਨ। ਕਿਉਂਕਿ ਤੁਸੀਂ ਹਰ ਇੱਕ ਹਫ਼ਤੇ ਦੇਖਦੇ ਹਾਂ ਕਾਂਚੀ ਟੀਵੀ, ਜਿਹੜੇ ਬਹੁਤ ਗਰੀਬ ਦੁਖੀ ਲਾਚਾਰ, ਉਹਨਾਂ ਦੇ ਬਾਰੇ ਵੀ ਤੁਹਾਨੂੰ ਪ੍ਰੋਗਰਾਮ ਕਰਕੇ ਦਿਖਾਉਂਦੇ ਹਨ। ਇਸ ਕਰਕੇ ਮੈਲ ਉਸਾਰ ਦੇਣੇ
ਮਕਾਨਾਂ ਤੋਂ ਦੂਰ ਹੋਣਾ। ਉਸੇ ਮਕਾਨ ਨੂੰ ਦੇਖੋ, ਪਹਿਲਾਂ ਮਜ਼ਦੂਰ ਬਣਾਉਂਦਾ ਆ, ਉੱਥੇ ਕੰਮ ਕਰਦਾ ਆ, ਰਾਤ ਦਿਨੇ ਟੁੱਟ ਟੁੱਟ ਮਰਦਾ ਆ। ਜਦੋਂ ਮਕਾਨ ਬਣ ਜਾਂਦਾ ਆ ਤੇ ਮਾਲਕ ਫੇਰ ਕਹਿੰਦਾ ਆ ਦੂਰ ਹੋ ਕੇ ਬੈਠ। ਪਹਿਲਾਂ ਉਸ ਮਕਾਨ ਦੇ ਵਿੱਚ ਹੀ ਰਾਤ ਦਿਨੇ ਪੈਰ ਪੈਂਦੇ ਆ, ਉਹੋ ਹੀ ਉਹਨੂੰ ਪੂਰਾ ਬਣਾਉਂਦਾ ਆ, ਮਿੱਟੀ ਦੇ ਵਿੱਚ ਮਿੱਟੀ ਹੋ ਕੇ, ਤੇ ਮਗਰੋਂ ਮਾਲਕ ਕਹਿੰਦਾ ਦੂਰ ਹੋ ਕੇ ਬੈਠ। ਭੁੱਖ ਦੇ ਨਾਲ ਲੜਨਾ, ਭੁੱਖ ਦੇ ਨਾਲ ਲੜਨਾ, ਥੱਕ ਕੇ ਚੂਰ ਹੋਣਾ। ਭੁੱਖ ਦੇ ਨਾਲ ਲੜਨਾ, ਉਹੀ ਜਦੋਂ ਮਿਹਨਤ ਪੂਰੀ ਨਾ ਮਿਲੇ ਤਾਂ ਸਾਰੇ ਟੱਬਰ 'ਚ ਖਰਚਾ ਬੜਾ ਔਖਾ ਹੁੰਦਾ ਆ। 4-5 ਜੀ ਖਾਣੇ ਵਾਲੇ, ਇੱਕ ਕਮਾਉਣੇ ਵਾਲਾ, ਤਾਂ ਉਹਦੇ ਲਈ ਬੜਾ ਔਖਾ ਹੁੰਦਾ ਹੈ। ਥੱਕ ਕੇ ਚੂਰ ਹੋ ਜਾਣਾ, ਘਰ ਆ ਕੇ ਥੱਕ ਕੇ ਸੋਚਾਂ 'ਚ ਪੈ ਜਾਣਾ, ਦਿਮਾਗ ਹਰ ਵੇਲੇ ਕਹਿਣਾ ਮੈਂ ਇੰਨੀ ਮਿਹਨਤ ਕਰਦਾ ਆ, ਘਰ ਦਾ ਗੁਜ਼ਾਰਾ ਫੇਰ ਨਹੀਂ ਚੱਲਦਾ, ਫੇਰ ਮੇਰੀਆਂ ਸੱਧਰਾਂ ਪੂਰੀਆਂ ਨਹੀਂ ਹੁੰਦੀਆਂ। ਇਸ ਕਰਕੇ ਬਹੁਤਾ ਕਰਨਾ, ਬਹੁਤਾ ਕਰ ਲੈਣਾ, ਬਹੁਤਾ ਕਰ ਲੈਣਾ, ਥੋੜ੍ਹਾ ਮਨਜ਼ੂਰ ਹੋਣਾ। ਜਾਨ ਬਹੁਤ ਮਾਰਨੀ, ਮਿਹਨਤ ਥੋੜ੍ਹੀ ਮਿਲਣੀ। ਇਹ ਹਾਲੇ ਵੀ ਸਾਡੇ ਭਾਰਤ ਦੇ ਵਿੱਚ ਹੈ। ਸਾਡੇ ਲੋਕ ਹਾਲੇ ਵੀ ਬਹੁਤ ਸਫ਼ਰ ਕਰਦੇ ਆ। ਤੁਸੀਂ ਵੀ ਆ ਜਾਓ, ਟੈਲੀਫੋਨ ਕਰੋ। ਤੁਸੀਂ ਵੀ ਮਜ਼ਦੂਰ ਦਿਵਸ ਦੇਖੇ ਹੋਣਗੇ, ਟੈਲੀ ਵਿੱਚ ਬੜਾ ਮਨਾਇਆ। ਤੁਸੀਂ ਉਹਨਾਂ ਦੇ ਹੌਸਲੇ ਵਧਾਈ ਲਈ ਟੈਲੀਫੋਨ ਤਾਂ ਕਰ ਸਕਦੇ ਹੋ ਨਾ। ਆਪਾਂ ਵੀ ਇੱਥੇ ਮਿਹਨਤਾਂ ਕਰਦੇ ਹਾਂ ਇੱਥੇ ਵੀ, ਪਰ ਇੱਥੇ ਯੂਰਪ ਕੰਟਰੀਆਂ ਦੇ ਵਿੱਚ ਪੂਰਾ ਹੱਕ ਮਿਲਦਾ ਆ, ਕਿਉਂਕਿ ਇੱਥੇ 8 ਘੰਟੇ ਦੀ ਡਿਊਟੀ ਕੀਤੇ ਤੇ ਪੂਰੇ ਪੈਸੇ ਮਿਲਦੇ ਹਨ। ਘਰ ਦਾ ਗੁਜ਼ਾਰਾ ਚੰਗਾ ਹੁੰਦਾ ਹੈ, ਬੱਚੇ ਪੜ੍ਹੇ ਲਿਖੇ ਹਨ, ਚੰਗੀਆਂ ਨੌਕਰੀਆਂ 'ਤੇ ਹਨ, ਚੰਗੇ ਘਰ ਹਨ, ਵਧੀਆ ਕੋਠੀਆਂ ਕਾਰਾਂ ਹਨ। ਭਾਵੇਂ ਕਿਸ ਤਰ੍ਹਾਂ ਵੀ ਆ, ਮਿਹਨਤਾਂ ਕਰਕੇ ਬਣਾਏ ਹਨ, ਪਰ ਫੇਰ ਵੀ ਇੱਥੇ ਸਾਰੇ ਇਨਸਾਨ ਇੱਕੋ ਜਿਹੇ ਹਨ। ਕੋਈ ਗਰੀਬ, ਕੋਈ ਅਮੀਰ ਨਹੀਂ, ਸਾਰੇ ਰੋਟੀ ਖਾਂਦੇ ਹਨ, ਸਾਰਾ ਸੁੱਖ ਦੀ ਨੀਂਦੇ ਸੌਂਦੇ ਹਨ। ਇਸ ਕਰਕੇ ਮਜ਼ਦੂਰ ਦਿਵਸ 'ਤੇ ਤੁਸੀਂ ਆ ਕੇ ਟੈਲੀਫੋਨ ਤਾਂ ਕਰ ਸਕਦੇ ਹੋ, ਵਧਾਈਆਂ ਤਾਂ ਦੇ ਸਕਦੇ ਹੋ। ਈਦ ਲੰਘੀ ਆ, ਈਦ ਦੀਆਂ ਵਧਾਈਆਂ ਤਾਂ ਦੇ ਸਕਦੇ ਹੋ। ਸਾਰੇ ਰਲ ਮਿਲ ਕੇ, ਰੱਬ ਦੇ ਦਿਨ ਆ, ਸਾਰੇ ਰਲ ਮਿਲ ਕੇ ਭੈਣਾਂ ਭਰਾ ਖੁਸ਼ੀਆਂ ਮਨਾਵੋ, ਚੰਗੇ ਤਿਉਹਾਰ ਰਲ ਮਿਲ ਕੇ ਮਨਾਵੋ। ਤੇ ਇਹ ਹੀ ਅੱਗੇ ਜਦੋਂ ਕੋਈ ਹੱਕ ਨਹੀਂ ਸੀਗੇ ਭਾਰਤ ਵਿੱਚ, 12 ਘੰਟੇ ਤੋਂ 12 ਘੰਟੇ ਦੀ ਡਿਊਟੀ ਹੁੰਦੀ ਸੀਗੀ। 12 ਘੰਟੇ ਮਜ਼ਦੂਰ ਕੰਮ ਕਰਦਾ ਸੀਗਾ। ਜਦੋਂ ਬਾਬਾ ਸਾਹਿਬ ਜੀ ਨੇ ਇਹ ਹੱਕ ਲੈ ਕੇ ਦਿੱਤੇ, ਉਦੋਂ ਤੋਂ 8 ਘੰਟੇ ਦੀ ਡਿਊਟੀ ਕੀਤੀ। ਉਹਨਾਂ ਨੇ ਸੋਚਿਆ ਕਿ ਇਨਸਾਨ ਲਈ 12 ਘੰਟੇ ਦਿਨ ਵਿੱਚ ਬਹੁਤ ਹਨ। ਚੰਗਾ ਰੇਟ ਮਿਲੇ ਤਾਂ 8 ਘੰਟੇ ਦੀ ਡਿਊਟੀ, 40 ਘੰਟੇ ਹਫ਼ਤੇ ਦੇ ਇਨਸਾਨ ਵਾਸਤੇ ਕੰਮ ਕਰਨਾ ਬਹੁਤ ਹੈ। 8 ਘੰਟੇ ਦੀ ਡਿਊਟੀ ਕੀਤੀ। ਹਰ ਸਾਲ ਬਾਅਦ ਤਨਖਾਹ ਵਧਾਉਣੀ ਹੋਵੇਗੀ। ਇਹ ਸਾਰੇ ਕਾਨੂੰਨ ਯੂਰਪਾਂ ਵਿੱਚ ਵੀ ਹਨ। ਮਜ਼ਦੂਰ ਨੂੰ ਪੈਨਸ਼ਨ ਯੋਜਨਾ ਦਿੱਤੀ ਜਾਵੇ। ਛੁੱਟੀ ਵਾਲੇ ਦਿਨ ਵੀ ਤਨਖਾਹ ਮਿਲੇਗੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇੱਥੇ ਵੀ ਬੈਂਕ ਹੌਲੀਡੇ ਆਏ ਹਨ, ਸਾਰਿਆਂ ਨੂੰ ਛੁੱਟੀ ਵੀ ਸੀ ਤਾਂ ਪੈਸੇ ਵੀ ਮਿਲੇ ਆ। ਇਹ ਕਿਹਦੇ ਬਦੌਲਤ? ਬਾਬਾ ਸਾਹਿਬ ਜੀ ਦੀ ਬਦੌਲਤ। ਜੋ ਉਹਨਾਂ ਨੇ ਹੱਕ ਲੈ ਕੇ ਦਿੱਤੇ ਹਨ, ਉਹਨਾਂ ਨੇ ਇਕੱਲਿਆਂ ਨੇ ਹੀ ਇਹ
ਸਾਰੀ ਦੁਨੀਆ ਲਈ ਉਹ ਹੱਕ ਲਏ ਆ। ਗਰਭਵਤੀ ਔਰਤਾਂ ਨੂੰ 6 ਮਹੀਨੇ ਦੀ ਛੁੱਟੀ ਤਨਖਾਹ ਮਿਲੇਗੀ। ਬੱਚਾ ਪੈਦਾ ਹੋਣ ਤੋਂ ਬਾਅਦ ਤੱਕ ਪੈਸੇ ਮਿਲਣਗੇ। ਸੋ ਇੱਥੇ ਯੂਰਪਾਂ ਵਿੱਚ ਇਹ ਸਾਰੇ ਲੋਕ ਇਹਨੂੰ ਪੱਕੇ ਹਨ। ਇਹ ਅਸੀਂ ਵੀ ਇਹਨਾਂ ਚੀਜ਼ਾਂ ਦਾ ਆਨੰਦ ਮਾਣਿਆ, ਕੰਮ ਕੀਤੇ ਆ, ਛੁੱਟੀ ਦੇ ਪੈਸੇ ਮਿਲੇ ਆ। ਹੈਲੋ ਜੀ, ਹੈਲੋ ਜੀ, ਹੈਲੋ ਹੈਲੋ ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਹਾਂ ਭੈਣ ਜੀ, ਗਿਆਨ ਕੌਰ ਭੈਣ ਜੀ ਕੁਆਂਟਲੀ ਤੋਂ। ਹਾਂਜੀ ਜੀ ਆਇਆਂ ਨੂੰ ਭੈਣ ਜੀ। ਹਾਂਜੀ, ਠੀਕ ਠਾਕ ਤੁਸੀਂ? ਹਾਂਜੀ ਠੀਕ ਆ। ਅੱਛਾ ਜੀ। ਜੀ ਮੈਂ ਕਿਹਾ ਜੀ ਅੱਜ ਮਾਰੀਏ, ਟੈਲੀਫੋਨ ਕਰ ਲਈਏ। ਹਾਂਜੀ ਹਾਂਜੀ, ਮੈਂ ਕਿਹਾ ਅੱਜ ਖਰਿਆ ਸਾਰੇ ਹੀ ਸੌਂ ਗਏ। ਨਹੀਂ, ਮੈਂ ਕਿਹਾ ਵੀ ਖਰਿਆ ਬਾਹਰ ਚਲ ਗਏ ਆ, ਵੀ ਇੰਨਾ ਦਿਨ ਤਾਂ ਨਹੀਂ ਚੰਗਾ, ਪਰ ਫੇਰ ਵੀ ਸਾਰੇ ਜਾਣੇ ਮੁਸਲਮਾਨ ਭਾਈ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਈਦ ਦੀਆਂ ਵਧਾਈਆਂ ਬਹੁਤ ਬਹੁਤ। ਹਾਂਜੀ ਪਹੁੰਚ ਗਈਆਂ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਅਸੀਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ। ਤੁਹਾਨੂੰ ਵੀ। ਮਜ਼ਦੂਰਾਂ ਦਾ ਰੱਖਿਆ ਆ ਪ੍ਰੋਗਰਾਮ ਜੀ। ਇਹਨਾਂ ਵਿਚਾਰਿਆਂ ਦੀ ਕਾਹਦੀ ਚੰਗੀ ਆ ਜੀ। ਹੈ ਦੇਖੋ, ਮੁੰਡੇ ਇਹਨਾਂ ਦੇ ਰਹਿ ਜਾਂਦੇ ਆ ਤੇ ਬਾਕੀ ਦੇਖ ਲਓ ਵੀ ਇੰਨੀ ਇਹ ਮਿਹਨਤ ਕਰਦੇ ਆ। ਦੇਖੋ ਭੈਣ ਜੀ, ਗੱਡੀਆਂ ਤੋਂ ਉਤਰਦਿਆਂ ਨੂੰ ਟੈਚੀ ਏਡੇ ਏਡੇ ਭਾਰੇ ਚੁੱਕਦੇ ਆ ਕੁਲੀ। ਹਾਂਜੀ ਹਾਂਜੀ। ਫੇਰ ਰਿਕਸ਼ਾ ਚਲਾਉਂਦੇ ਆ, ਕਿੰਨਾ ਭਾਰ ਖਿੱਚਦੇ ਆ। ਰਿਕਸ਼ਾ ਚਲਾਉਂਦੇ ਆ, ਫਿਰ ਬਹੁਤ ਹਾਰਡ ਜੌਬ ਆ ਇਹਨਾਂ ਦੀ ਜੀ। ਜਿਹੜੇ ਇਹਨਾਂ ਦੇ ਮੁੰਡੇ ਆ, ਇਹਨਾਂ ਵਿਚਾਰਿਆਂ ਨੂੰ ਰਾਤ ਨੂੰ ਪਤਾ ਲੱਗਦਾ ਹੁਣ ਵੀ ਕੀ ਅਸੀਂ ਮਜ਼ਦੂਰੀ ਕਰਦੇ, ਕੀ ਅਸੀਂ ਕੰਮ ਕਰਦੇ ਆ। ਜੀ। ਨਾ ਤਾਂ ਇਹ ਬੱਚਿਆਂ ਨੂੰ ਪੜ੍ਹਾ ਸਕਦੇ ਵਿਚਾਰੇ, ਨਾ ਲਿਖਾ ਸਕਦੇ ਆ, ਨਾ ਚੰਗਾ ਪਹਿਨ ਸਕਦੇ ਆ। ਹਨਾ, ਜਦੋਂ ਬੰਦੇ ਦੇ ਕੋਲ ਕੋਈ ਪੈਸਾ ਹੀ ਨਹੀਂ, ਗਾਹਾਂ ਆਮਦਨ ਹੈ ਨਹੀਂ ਗੀ, ਤਾਂ ਫਿਰ ਕਰਨਾ ਵੀ ਕਾਹਦੇ ਨਾਲ ਆ। ਇਹ ਜਿਹੜੀਆਂ ਇੰਨੀ ਲੋ ਮਤਲਬ ਜੌਬ ਵਾਲੀ ਇਨਕਮ ਆ, ਇਹਦੇ ਵਿੱਚ ਬਹੁਤ ਘੱਟ ਗੁਜ਼ਾਰਾ ਹੁੰਦਾ ਆ। ਹਾਂਜੀ ਹਾਂਜੀ ਜੀ। ਆਪਾਂ ਤਾਂ ਇੱਥੇ ਤਾਂ ਚਲੋ ਸਰ ਜਾਂਦਾ ਆ ਹਨਾ, ਬਈ ਜੋਬਾਂ ਹੈਗੀਆਂ ਤਾਂ ਸਾਰਿਆਂ ਹਾਰਡ ਜੋਬਾਂ ਆ, ਪਰ ਏਦਾਂ ਆ ਵੀ ਇੱਥੇ ਉਹਨਾਂ ਨੂੰ ਮਿਹਨਤ ਪੂਰੀ ਮਿਲਦੀ ਆ। ਇੱਥੇ ਲੋਕ ਪੱਕੇ ਆ, ਇੱਥੇ ਮਿਹਨਤ ਪੂਰੀ ਮਿਲਦੀ ਆ। ਹਾਂਜੀ। ਅਗਲੇ ਕਦੇ ਅਸੀਂ ਫੇ ਆਪਣਾ ਆਪ ਜਿੱਦਾਂ ਜੋ ਦਿਲ ਕਰੇ ਤਾਂ ਉਹ ਕਰ ਲਈਦਾ ਆ ਜੀ। ਇਹਨਾਂ ਵਿਚਾਰਿਆਂ ਨੇ ਕੀ ਕਰਨਾ ਆ। ਹਾਂਜੀ, ਤੇ ਉਹੀ ਮੈਂ ਗੱਲ ਕਰਦੀ ਆ ਕਿ ਅੱਜ ਮਜ਼ਦੂਰਾਂ ਵਾਸਤੇ ਵੀ ਲੋਕੀ ਸਾਰੇ ਖਰੇ ਬਾਹਰ ਹੀ ਚਲ ਗਏ। ਵੀ ਮੈਂ ਕਿਹਾ ਟੈਲੀਫੋਨ ਹੀ ਨਹੀਂ ਕੀਤਾ ਕਿਸੇ ਨੇ। ਤੇ ਮੈਂ ਤਾਂ ਹੁਣੇ ਸੁਣਿਆ ਹੀ ਆ ਕੇ ਕਿਚਨ ਚੋਂ। ਅੱਛਾ ਜੀ। ਮੈਂ ਕਿਹਾ ਵੀ ਚੱਲ ਮੈਂ ਦੇਖਦੀ ਘੱਟ। ਹਾਂਜੀ। ਹੋਰ ਆਪਣਾ ਏਦਾਂ ਆ ਵੀ ਇਹਨਾਂ ਵਿਚਾਰਿਆਂ ਦਾ ਗੁਜ਼ਾਰਾ ਔਖਾ ਆ ਜੀ। ਹੈ ਮੀਂਹ ਦੇ ਕਿਣੀ ਦੇ ਵਿੱਚ, ਨੇਰੀਆਂ ਦੇ ਵਿੱਚ ਇਹਨਾਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ। ਜੇ ਨਾ ਕਰਨ ਤੇ ਇਹ ਜਿਹੜੀ ਫਸਲ ਹੁੰਦੀ ਆ ਜਾਂ ਕੋਈ ਹੋਰ ਹੁੰਦਾ ਆ, ਇਹਨਾਂ ਦੇ ਸਿਰ ਤੇ ਆ ਸਾਰਾ। ਦੇਖੋ ਜੀ, ਇਹ ਸ਼ਹਿਰਾਂ ਦੇ ਵਿੱਚ ਰਿਕਸ਼ੇ ਦਾ ਕੰਮ ਵੀ ਸ਼ਹਿਰਾਂ ਦੇ ਵਿੱਚ ਚੱਲਦਾ ਆ। ਉੱਥੋਂ ਭਾਰ ਇੱਧਰ ਲੈ ਆਂਦਾ, ਇੱਧਰ ਰੱਖਿਆ ਆਂਦਾ, ਤੇ ਕਿੰਨਾ ਕੁ ਸਾਰੀ ਦਿਹਾੜੀ ਭਾਰ ਖਿੱਚ ਸਕਦਾ ਇਨਸਾਨ। ਦੇਖਿਓ ਸ਼ਹਿਰਾਂ ਦੇ ਵਿੱਚ ਰੇੜੀਆਂ ਕਿੱਡੀਆਂ ਖਿੱਚਦੇ ਆ ਜੀ। ਹੈ ਫਿਰ ਉਹ ਦੇਖ ਕੇ ਨਾ ਆਪਾਂ ਨੂੰ ਤਾਂ ਸੱਚੀ, ਮੈਂ ਤਾਂ ਜਦ ਜਾਵਾਂ ਨਾ ਇੰਡੀਆ, ਮੈਨੂੰ ਤਾਂ ਬਹੁਤ ਆਪਾਂ ਨੂੰ ਹੋਰ ਤਰ੍ਹਾਂ ਲੱਗਦਾ ਰਹਿੰਦਾ ਵੀ ਦੇਖੋ ਅਸੀਂ ਵੀ ਇੱਥੇ ਹੀ ਗਏ ਹਾਂ, ਵੀ ਜੇ ਇੱਥੇ ਅਸੀਂ ਹੁੰਦੇ ਖਰੇ ਸਾਡੀ ਵੀ ਇਹੋ ਹੀ ਹਾਲਤ ਹੋਣੀ ਸੀ। ਉਹੀ ਗੱਲ ਆ ਵੀ ਬਾਬਾ ਸਾਹਿਬ ਜੀ ਜੇ ਨਾ ਹੱਕ ਸਾਨੂੰ ਇਹ ਦਿਵਾਉਂਦੇ ਵੋਟ ਦਾ, ਤੇ ਆਪਾਂ ਵੋਟ ਤੋਂ ਬਗੈਰ ਤਾਂ ਇੱਥੇ ਪਹੁੰਚ ਨਹੀਂ ਸੀ ਸਕਦੇ। ਹਾਂਜੀ, ਧੰਨਵਾਦ ਆ ਜੀ ਇਹਨਾਂ ਦਾ ਬਹੁਤ ਬਹੁਤ, ਜਿਨ੍ਹਾਂ ਨੇ ਸਾਰੇ ਹੱਕ ਦਵਾਏ ਆ। ਪਰ ਉਹਨਾਂ ਨੇ ਉਸ ਟਾਈਮ ਉਹਨਾਂ ਨੇ ਵੀ ਬਹੁਤ ਸਜ਼ਾ ਕੀਤੀ। ਉਹਨਾਂ ਨੇ ਸਾਡੇ ਵਾਸਤੇ ਉਹਨਾਂ ਨੇ ਹੱਕ ਲੈ ਕੇ ਦਿੱਤੇ, ਉਹਨਾਂ ਨੇ ਲੜੇ ਗਵਰਨਮੈਂਟ ਦੇ ਨਾਲ, ਪਰ ਲੋਕਾਂ ਨੇ ਉਹਨਾਂ ਨੂੰ ਸਾਥ ਨਹੀਂ ਉਸ ਟਾਈਮ ਦਿੱਤਾ। ਨਹੀਂ ਦਿੱਤਾ ਲੋਕ ਦਿੰਦੇ ਨਹੀਂ, ਹੱਕ ਦਿੰਦੇ ਨਹੀਂ ਹੈਗੇ, ਸਾਥ ਨਹੀਂ ਦਿੰਦੇ ਜੀ। ਹਾਂ,
ਇਹ ਜਿਹੜੇ ਵਿਚਾਰੇ ਮਜ਼ਦੂਰੀ ਕਰਦੇ ਇਹਨਾਂ ਦੇ ਬੱਚੇ ਵੀ ਕਹਾਂ ਉਹੀ ਕੰਮ ਕਰਨ ਲੱਗ ਪੈਂਦੇ ਵੀ ਜਦ ਹੁਣ ਪੜ੍ਹੇ ਲਿਖੇ ਨੇ ਤੇ ਜੱਪਾਂ ਉਹਨਾਂ ਨੂੰ ਕਿੱਥੋਂ ਮਿਲੂਗੀਆਂ। ਇਹ ਉਹੀ ਤਾਂ ਗੱਲ ਆ ਵੀ ਜਦੋਂ ਇੱਕ ਬੱਚਾ ਫੈਮਿਲੀ ਦੇ ਵਿੱਚ ਪੜ ਜਾਵੇ ਤਾਂ ਉਹ ਸਾਰਿਆਂ ਦੀ ਸਪੋਰਟ ਕਰ ਦਿੰਦਾ ਆ। ਹਾਂ, ਤਾਰ ਦਿੰਦਾ ਘਰਦਿਆਂ ਨੂੰ, ਸਾਰਿਆਂ ਨੂੰ ਥੋੜਾ ਸਹਾਰਾ ਹੋ ਜਾਂਦਾ ਪੇ ਦੇ ਨਾਲ। ਜਦੋਂ ਹੁਣ ਪੇ ਦੀ ਪਹਿਲਾਂ ਤੋਂ ਨੀ ਬਹੁਤ ਕਮਜ਼ੋਰ ਹੋਵੇ ਤਾਂ ਬੱਚਿਆਂ ਨੂੰ ਤਾਂ ਫਿਰ ਉਦਾਂ ਹੀ ਫਿਰ ਕਮਜ਼ੋਰ ਰਹਿਣਾ ਆ, ਕੰਮਕਾਰ ਬਦਲੇ ਹੈ ਨਾ। ਤਾਂ ਫਿਰ ਦੇਖੋ ਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਵਿਚਾਰੇ ਕਰਦੇ, ਖੇਤਾਂ 'ਚ ਕਰਦੇ ਆ, ਉਹ ਛਿੱਲ ਵੀ ਚੰਗੀ ਤਰ੍ਹਾਂ ਲਾਉਂਦੇ ਇਹਨਾਂ ਦੀ ਵਿਚਾਰਿਆਂ ਦੀ ਜੀ, ਹਨਾ। ਦੇਣਾ ਉਹੀ ਕੁਛ ਆ ਤਾਂ ਕੰਮ ਅਗਲਿਆਂ ਨੇ ਲੈਣਾ ਚੰਗੀ ਤਰ੍ਹਾਂ ਜੀ, ਹਨਾ। ਉਹੀ ਗੱਲ ਆ ਵੀ ਹੁਣ ਜਦੋਂ ਖੇਤੀ ਦੇ ਵਿੱਚ ਵੀ ਮਤਲਬ ਕੰਮ ਕਰਦੇ ਆ, ਦਿਹਾੜੀ ਜਾਂਦੇ ਆ ਜਾਂ ਕਾਰਖਾਨਿਆਂ 'ਚ ਵੀ ਜਾਂਦੇ ਆ, ਉੱਥੇ ਕੋਈ ਪੱਕਾ ਲੋ ਹੈ ਨਹੀਂ ਗਾ ਵੀ ਕੋਈ ਪੱਕੀ ਫਿਕਸ ਰੇਟ ਹੈ ਨਹੀਂ ਗੀ ਵੀ ਕਿੰਨੀ ਦਿਹਾੜੀ ਦੇਣੀ ਆ ਜਾਂ ਕਿੰਨਾ ਕਾਰਖਾਨਿਆਂ ਦੇ ਵਿੱਚ ਕਿੰਨਾ ਰੇਟ ਘੰਟੇ ਦਾ ਦੇਣਾ ਆ, ਕਿਉਂਕਿ ਕੋਈ ਲੋ ਪੱਕਾ ਬਣਿਆ ਹੋਵੇ, ਟੈਕਸ ਕੱਟ ਹੋਵੇ ਤਾਂ ਤਦ ਹੀ। ਹੁਣ ਇੱਥੇ ਆਪਾਂ ਟੈਕਸ ਕਟਾਉਂਦੇ ਆ ਸਾਰਾ, ਕੋਈ ਰੌਲਾ ਹੀ ਨਹੀਂ ਰਹਿੰਦਾ। ਇੱਥੇ ਤੇ ਸਹੂਲਤਾਂ ਵੀ ਹੈਗੀਆਂ ਹਨਾ, ਜੇ ਆਪਾਂ ਕਟਾਉਂਦੇ ਤਾਂ ਸਹੂਲਤਾਂ ਵੀ ਬਹੁਤ ਆ। ਸਹੂਲਤਾਂ ਤਾਈਓ ਤਾਂ ਆਪਾਂ ਆਨੰਦ ਮਾਣਦੇ ਆ, ਆਨੰਦ ਮਾਰਨ ਦੇ, ਸੱਚੀ ਗੱਲ ਆ। ਪੂਰਾ ਰੇਟ ਦਿੰਦੇ ਆ, ਪੂਰੇ ਰੇਟ 'ਚੋਂ ਅਗਲਿਆਂ ਦਾ ਵੀ ਹੱਕ ਆ ਬਣਦਾ ਕੱਟਣ ਦਾ। ਐ ਤਾਂ ਇੱਥੇ ਵੀ ਮਿਹਨਤ ਵਾਲਾ ਹੀ ਕੰਮ ਆ ਵੀ ਸਵੇਰ ਨੂੰ ਚੱਲ ਜਾਂਦੇ ਤਕਾਲਾਂ ਨੂੰ ਆਉਂਦੇ ਆ, ਪਰ ਇੱਥੇ ਜਿਹੜੀ ਜ਼ਿੰਦਗੀ ਹੈ ਨਾ ਥੋੜੀ ਜਿਹੀ ਇਹਨਾਂ ਨੇ ਕੀਤੀ ਹੋ ਆ ਵੀ ਜਾਣੀ ਕਿ ਰੇਟ ਜਿੱਦਾਂ ਕੰਮਾਂ ਦੇ ਬੰਨੇ ਹੋ ਆ ਹਨਾ। ਇੱਥੇ ਗੌਰਮੈਂਟ ਨੂੰ ਪਤਾ ਆ ਵੀ ਇਨਸਾਨ ਨੂੰ ਜ਼ਿੰਦਗੀ ਜੀਉਣ ਲਈ ਕਿੰਨੇ ਹਫ਼ਤੇ ਦੇ ਪੈਸੇ ਚਾਹੀਦੇ ਆ। ਹਾਂਜੀ ਹਾਂਜੀ, ਕੰਮ ਕਰਕੇ ਕਿੰਨਾ ਉਹਦਾ ਗੁਜ਼ਾਰਾ ਹੋ ਸਕਦਾ। ਇੱਥੇ ਤਾਂ ਤੁਹਾਨੂੰ ਪਤਾ ਹੀ ਆ ਕਿ ਹੁਣ ਜਿਹੜੇ ਸਿਆਣੇ ਬਜ਼ੁਰਗ ਆ ਉਹਨਾਂ ਨੂੰ ਵੀ ਅਗਲੇ ਬੈਠਿਆਂ ਨੂੰ ਪੈਸੇ ਦਿੰਦੇ ਆ ਕਿ ਉਹਨਾਂ ਨੂੰ ਪਤਾ ਆ ਵੀ ਉਹਨਾਂ ਨੂੰ ਹਫ਼ਤੇ ਦੇ ਕਿੰਨੇ ਚਾਹੀਦੇ ਆ। ਹੁਣ ਜਿੱਦਾਂ ਤੁਸੀਂ ਗੱਲ ਕੀਤੀ ਬਈ ਮਕਾਨ ਪੈਂਦਾ ਹੈ, ਮਕਾਨ ਪਾਈ ਜਾਣ ਜਦੋਂ ਮਕਾਨ ਪੈ ਜਾਂਦਾ ਤਾਂ ਉਹਨੂੰ ਕਹਿੰਦੇ ਪਰੇ ਹੋ ਕੇ ਬਹਿ ਜਾ। ਤੇ ਇਹ ਵੀ ਤਾਂ ਉਹਨਾਂ ਲਈ ਗਲਤ ਗੱਲਾਂ ਆ ਜਿਹੜੇ ਕਰਦੇ ਆ ਜੀ। ਹੁਣ ਤਾਂ ਚਲੋ ਬਹੁਤ ਘੱਟ ਆ ਇਹ ਗੱਲਾਂ, ਪਰ ਅੱਗੇ ਇਦਾਂ ਹੁੰਦੀਆਂ ਸੀਗੀਆਂ, ਬਹੁਤ ਹੁੰਦੀਆਂ ਸੀ, ਹੁਣ ਵੀ ਹੈਗੀਆਂ ਆ। ਹੁਣ ਵੀ ਕਈ ਬਹੁਤ ਜਾਣੀ ਏਰੀਏ ਹੈਗੇ ਆ ਜਿੱਥੇ ਹੈਗੀਆਂ ਆ। ਹਾਂਜੀ, ਤੇ ਇਦਾਂ ਹੈਗੀ ਆ। ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ, ਤੁਸੀਂ ਫੋਨ ਕਾਲ ਕਰਕੇ। ਲੈ ਅਸੀਂ ਕਰਨਾ ਨਹੀਂ ਕੋਲ, ਸਾਡੀ ਕੁੜੀ ਬੈਠੀ ਆ ਤਾਂ ਫੇ ਉਹਨੂੰ ਨਹੀਂ ਕਰਨਾ ਤਾਂ ਹੋਰ ਅਸੀਂ ਕਿਹਨੂੰ ਕਰਨਾ। ਹਾਂ, ਤੇ ਅਸੀਂ ਆਪਾਂ ਉਹਨਾਂ ਲਈ ਵੀ ਮਜ਼ਦੂਰਾਂ ਦੇ ਵੀ ਵਧਾਈਆਂ ਦਿੱਤੀਆਂ। ਤੇ ਹਾਂਜੀ, ਉਹਨਾਂ ਨੂੰ ਵੀ ਸੱਚੀ ਬਹੁਤ ਬਹੁਤ ਵਧਾਈਆਂ ਆ। ਹਾਂ, ਤੇ ਈਦ ਦੀਆਂ ਵੀ ਵਧਾਈਆਂ ਤੁਸੀਂ ਦਿੱਤੀਆਂ। ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਰੱਖੇ। ਤੇ ਅੱਛਾ ਜੀ, ਔਰਤ ਫੇ ਹੈ ਚੰਗਾ ਜੀ, ਜੈ ਗੁਰਦੇਵ। ਓਕੇ ਜੀ, ਬਾਏ 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 ਜੀ, ਬਾਏ। ਇਹ ਸਨ ਗਿਆਨ ਕੌਰ ਕੁਆਂਟਰੀ ਤੋਂ, ਇਹਨਾਂ ਨੇ ਟੈਲੀਫੋਨ ਕੀਤਾ, ਇਹਨਾਂ ਨੇ ਈਦ ਦੀਆਂ ਵੀ ਵਧਾਈਆਂ ਦਿੱਤੀਆਂ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ। ਅਸੀਂ ਵੀ ਫੇਰ ਦੁਬਾਰਾ ਇੱਕ ਵਾਰੀ ਸਾਰੇ ਵੀਰਾਂ ਭੈਣਾਂ ਨੂੰ ਵਧਾਈਆਂ ਦਿੰਦੇ ਆ, ਈਦ ਮੁਬਾਰਕ ਕਹਿੰਦੇ ਆ, ਕਿਉਂਕਿ ਤਿਉਹਾਰ ਆਪਾਂ ਰਲ ਮਿਲ ਕੇ ਮਨਾਉਣੇ ਹਨ। ਸਾਰਿਆਂ ਦੀਆਂ ਖੁਸ਼ੀਆਂ ਵਿੱਚ ਆਪਾਂ ਖੁਸ਼ੀਆਂ ਕਰਨੀਆਂ ਹਨ। ਹੈਲੋ ਜੀ। ਹੈਲੋ ਭੈਣ ਜੀ। ਜੈ ਗੁਰਦੇਵ ਵੀਰ ਜੀ। ਜੈ ਗੁਰਦੇਵ ਭੈਣ ਜੀ, ਮੈਂ ਬੈਡਫੋਰਡ ਤੋਂ ਬੋਲਦਾ ਜੀ। ਹਾਂਜੀ ਵੀਰ ਜੀ, ਠੀਕ ਹੈ ਤੁਸੀਂ? आपने मजदूर दी कविता पढ़ी जी, एक मजदूर दी जिंदगी वर्णन कीती जी। मजदूर कितना औखा काम करता है, बहुत पर जी। दिन दे अंत विच पूरी मेहनत नहीं मिलती जी। बेबस होके जिन्नी मजदूरी मिले उसते ही सबर करना पैंदा है जी। हाँ जी, बहुत मुश्किल है जी। जी भैन जी, एक फिल्म मजदूर दी सी जिस दी मजदूर दी जिंदगी एक फिल्माई गई सी। उस फिल्म दा नाम सी नया आदमी जी। ते उसदा एक गाना सीगा, ओदियां दो लाइनां मैनू याद है। हाँ जी, सुनाओ जी। हाँ, गरीबों का पसीना बह रहा है, गरीबों का पसीना बह रहा है, ये बहते बहते कह रहा है, ये बहते बहते कह रहा है, कभी वो दिन भी आएगा जमाना रंग लाएगा,
कभी वो दिन भी आएगा ज़माना रंग लाएगा, ज़माना रंग लाएगा, ज़माना रंग लाएगा। कभी वो दिन भी आएगा ज़माना रंग लाएगा, ज़माना रंग लाएगा। एक मजदूर दी फरियाद है उस परमात्मा को कि साड़ियाँ इदां दियां हालतां ने, ये सानू मेहनत किन्नी मिलदी आ, उन्हां दा गुजारा फिर भी बहुत ही औखा हुंदा है भैन जी। जी जी। ते इसलिए मजदूर दी जो आपने सब्जेक्ट रखिया अज ये बहुत ही अच्छा आ। ते मजदूर दी हालत इंप्रूव होनी चाहिए आ। ते हर एक सरकार नू चाहिदा कि मजदूर दी तनख्वाह इन्फ्लेशन दे मुताबिक उन्नी होनी चाहिए ताकि उहदे खर्चे पूरे हो सकन। जी जी। और भैन जी मेरी वालों ईद दियां बहुत बहुत बधाइयां, साडे पाकिस्तानी भरावां नू बहुत बहुत बधाइयां। ਅਸੀਂ ਜਦੋਂ ਅਫਰੀਕਾ ਵਿੱਚ ਰਹਿੰਦੇ ਸਾਂ ਭੈਣ ਜੀ, ਉੱਥੇ ਜਦੋਂ ਵਿਸਾਖੀ ਆਵੇ ਤਾਂ ਸਾਰੇ ਰਲ ਕੇ ਮਨਾਉਂਦੇ ਸਨ, ਤੇ ਜਦੋਂ ਈਦ ਆਵੇ ਤਾਂ ਸਾਰੇ ਮਿਲ ਕੇ ਇੰਡੀਅਨ ਐਂਡ ਪਾਕਿਸਤਾਨੀ ਕਮਿਊਨਿਟੀਜ਼ ਰਲ ਕੇ ਮਨਾਉਂਦੇ ਹੁੰਦੇ ਸਨ। ਬਹੁਤ ਹੀ ਇਤਫਾਕ ਨਾਲ ਮਨਾਉਂਦੇ ਸਨ, ਬਹੁਤ ਅੱਛਾ ਰੌਣਕ ਲੱਗ ਜਾਂਦੀ ਸੀ ਕੈਨੀਆ ਅਫਰੀਕਾ ਦੇ ਵਿੱਚ। ਹੋਰ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ। ਥੈਂਕ ਯੂ ਵੈਰੀ ਮਚ ਭੈਣ ਜੀ। ਥੈਂਕ ਯੂ ਵੀਰ ਜੀ, ਬਾਏ। ਥੈਂਕ ਯੂ। ਇਹ ਤਾਂ ਤੁਸੀਂ ਬੰਗੜ ਵੀਰ ਜੀ ਵੈਡਫੋਰਡ ਤੋਂ, ਇਹਨਾਂ ਨੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਵੀ ਬਹੁਤ ਈਦ ਦੀਆਂ ਵਧਾਈਆਂ ਦਿੱਤੀਆਂ, ਮੁਬਾਰਕਾਂ ਦਿੱਤੀਆਂ, ਤੇ ਇਹਨਾਂ ਨੇ ਮਜ਼ਦੂਰਾਂ ਬਾਰੇ ਵੀ ਇਹ ਦੱਸਿਆ ਗਿਆ ਆ ਕਿ ਮਜ਼ਦੂਰ ਕਿੰਨੀ ਹਾਰਡ ਮਿਹਨਤ ਕਰਦਾ ਆ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਸ ਟਾਈਮ ਹੁਣ ਦੇਖੋ ਭਾਰਤ ਵਿੱਚ ਕਿੰਨੀ ਗਰਮੀ ਆ। ਇੱਕ ਮਜ਼ਦੂਰ ਸਾਈਕਲ 'ਤੇ 8 ਘੰਟੇ ਲਾ ਕੇ ਸਾਈਕਲ ਚਲਾ ਕੇ ਘਰ ਆਉਂਦਾ ਆ, ਤੇ ਸਾਰੀ ਉਹਦੀ ਕਮੀਜ਼ ਗਰਮੀ ਦੇ ਨਾਲ ਭਿੱਜੀ ਹੁੰਦੀ ਆ। ਉਹੋ ਹੀ ਮਜ਼ਦੂਰ ਸਮਝ ਸਕਦਾ ਆ ਗਰੀਬੀ ਨੂੰ, ਜਿਹੜਾ ਪੱਖਿਆਂ ਦੇ ਥੱਲੇ ਆਈਸੀ ਦੇ ਵਿੱਚ ਬੈਠਾ ਹੋਵੇ ਦਫ਼ਤਰ ਦੇ ਵਿੱਚ। ਉਹ ਗਰੀਬ ਦੀ ਮਜਬੂਰੀ ਕਿੱਦਾਂ ਸਮਝ ਸਕਦਾ ਹੈ, ਕਿਉਂਕਿ ਉਹਨੂੰ ਤਾਂ ਗਰਮੀ ਲੱਗਣੀ ਹੀ ਨਹੀਂ, ਉਹਨੂੰ ਤਾਂ ਪਸੀਨਾ ਆਉਣਾ ਹੀ ਨਹੀਂ ਗਾ। ਤੇ ਇਸ ਕਰਕੇ ਬਹੁਤ ਬਹੁਤ ਹਾਰਡ ਮਿਹਨਤ ਮਜ਼ਦੂਰ ਦੀ ਹੈ। ਮਜ਼ਦੂਰ ਨੂੰ ਅਸੀਂ ਤਾਂ ਸਾਰੇ ਮਜ਼ਦੂਰਾਂ ਨੂੰ ਸਲੂਟ ਕਰਦੇ ਹਾਂ ਕਿ ਜਿਹੜੇ ਹਾਰਡ ਮਿਹਨਤ ਕਰਕੇ ਇੰਨੀ ਆਪਣੀ ਮਜਬੂਰੀ ਹੁੰਦਿਆਂ ਹੋਇਆਂ ਵੀ ਆਪਣਾ ਪਰਿਵਾਰ ਪਾਲਦੇ ਆ। ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੰਗਾ, ਉਹਨਾਂ ਦੀ ਤਰੱਕੀ ਹੋਵੇ, ਤੇ ਗੌਰਮੈਂਟਾਂ ਵੀ ਭਾਰਤ ਵਿੱਚ ਉਹਨਾਂ ਬਾਰੇ ਸੋਚਣ। ਤਾਈਓ ਤਾਂ ਇੰਡੀਆ ਦੇ ਵਿੱਚ ਇੰਨਾ ਹੱਕ ਨਹੀਂ ਮਿਲਦਾ ਕਰਕੇ ਬੱਚੇ ਬਾਹਰ ਨੂੰ ਨੱਠ ਰਹੇ ਆ। ਬੱਚੇ ਪੜ੍ਹੇ ਲਿਖੇ ਹੋ ਕੇ ਵੀ ਕੰਮ ਨਹੀਂ ਮਿਲਦਾ। ਉਹਨਾਂ ਨੇ ਇੰਨੀਆਂ ਦੁੱਖਾਂ ਤਕਲੀਫਾਂ ਦੇ ਨਾਲ ਪੜ੍ਹਾਏ ਲਿਖਾਏ, ਤੇ ਜਦੋਂ ਬੱਚਿਆਂ ਨੂੰ ਫਿਰ ਨੌਕਰੀਆਂ ਨਹੀਂ ਮਿਲਦੀਆਂ, ਨੌਕਰੀਆਂ ਦੇ ਟਾਈਮ ਲੱਖਾਂ ਫੇਰ ਪਾਉਂਡ ਮੰਗਦੇ ਆ, ਰੁਪਈਏ ਮੰਗਦੇ ਆ, ਤਾਂ ਉਹ ਮਸੀਂ ਤਾਂ ਉਹਨਾਂ ਨੇ ਪੜ੍ਹਾਏ ਆ, ਤਾਂ ਕਿੱਥੋਂ ਉਹ ਲੱਖਾਂ ਦੇ ਕੇ ਨੌਕਰੀਆਂ ਲੈਣ। ਤੇ ਨੌਕਰੀਆਂ ਨਹੀਂ ਮਿਲਦੀਆਂ, ਬੱਚੇ ਵਿਹਲੇ ਫਿਰਦੇ ਆ, ਫਿਰ ਔਖੇ ਹੋ ਕੇ ਫਿਰ ਫੜ ਤੋੜ ਕੇ ਬਾਹਰ ਨੂੰ ਭੇਜਦੇ ਆ। ਜੇ ਸਾਡੇ ਪੰਜਾਬ ਵਿੱਚ ਕੰਮ ਹੋਣ, ਮਜ਼ਦੂਰੀਆਂ ਹੋਣ, ਤਾਂ ਕਿਉਂ ਬੱਚੇ ਬਾਹਰ ਆਉਣ। ਤੇ ਹਾਂਜੀ, ਇੱਕ ਦੋ ਲਾਈਨਾਂ ਮੈਂ ਹੋਰ ਕਹਾਂਗੀ। ਉੱਚਾ ਰੁਤਬਾ ਪਾਉਣਾ ਕਰਕੇ ਕੰਮ ਭਲਾਈ ਦਾ, ਉੱਚਾ ਰੁਤਬਾ ਪਾਉਣਾ ਕਰਕੇ ਕੰਮ ਭਲਾਈ ਦਾ, ਵਤਨ ਦੀ ਰੱਖਿਆ ਕਰਨੀ ਬਣਦਾ ਹੈ ਹੱਕ ਸਿਪਾਹੀ ਦਾ। ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਰੇ ਦਾਤਾ ਸੱਚੇ ਪਾਤਸ਼ਾਹ ਹਾਂਜੀ ਸਭਨਾ ਤੇ ਰਹਿਮ
ਵਿਚਾਰੇ ਮਨਜ਼ੂਰ ਨੇ, ਇਹਨਾਂ ਦੀ ਰੋਟੀ ਰੋਜੀ ਕੋਈ ਨਹੀਂ ਚੱਲਦੀ, ਬੜੀ ਮਿਹਨਤ ਕਰਦੇ ਨੇ। ਹਾਂ, ਬੜੇ ਦਿਨਾਂ ਬਾਅਦ ਮੈਂ ਤੁਹਾਨੂੰ ਫੋਨ ਕੀਤਾ ਹੈ। ਰੱਬ ਤੁਹਾਡੇ ਤੇ ਵੀ ਰਹਿਮਤਾਂ ਰੱਖੇ ਸੱਚੇ ਪਾਤਸ਼ਾਹ, ਸਭ ਨੂੰ ਖੁੱਲਿਆ ਰਿਜ਼ਕ ਰੋਟੀ ਦੇ, ਚੜ੍ਹਦੀਆਂ ਕਲਾ ਚ ਦਾਤਾ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ। ਔਰ ਮਨਜ਼ੂਰਾਂ ਦੀ ਮਿਹਨਤ ਪੱਲੇ ਪਾਵੇ, ਪੂਰੀ ਪੱਲੇ ਪਾਵੇ ਜੀ, ਦੁੱਖਾਂ ਤੋਂ ਬਚਾਵੇ, ਸੰਕਟ ਤੋਂ ਬਚਾਵੇ ਰੱਬ ਸੱਚੇ ਪਾਤਸ਼ਾਹ ਜੀ। ਔਰ ਈਦਾ ਮਨਾਉਣ ਵਾਲਿਆਂ ਨੂੰ ਸੱਚੇ ਜਾਈਏ, ਅੱਲਾਹ ਦੀ ਆਵਾਜ਼ਾਂ ਆਵੇ ਝੁੱਗੀ ਜੀ ਫਕੀਰ ਦੀ ਵਿੱਚੋਂ ਜੀ, ਅੱਲਾਹ ਵਾਹਿਗੁਰੂ ਹਰੀ ਦਾ ਨਾਮ ਇੱਕੋ ਤੇ ਭਰਮਾਂ ਚ ਪੈ ਗਈ ਦੁਨੀਆ ਜੀ। ਅੱਲਾਹ ਦੀ ਆਵਾਜ਼ਾਂ ਆਵੇ ਝੁੱਗੀ ਜੀ ਫਕੀਰ ਦੀ ਵਿੱਚੋਂ ਜੀ। ਫਕੀਰਾਂ ਦੀਆਂ ਝੁੱਗੀਆਂ ਵਿੱਚੋਂ ਰੱਬ ਦੀਆਂ ਆਵਾਜ਼ਾਂ ਆਉਂਦੀਆਂ ਨੇ। ਉਮੈਲਾ ਵਾਲੇ ਤੇ ਯਾਦ ਕਰਨ ਨਾ ਕਰਨਾ, ਵੇਖੋ ਕੀ ਕਰਾਂ ਮਨਜ਼ੂਰ ਵਿਚਾਰੇ ਸੱਚੇ ਪਾਤਸ਼ਾਹ ਰਹਿਮ ਕਰੇ ਇਹਨਾਂ ਤੇ, ਚੜ੍ਹਦੀਆਂ ਕਲਾ ਚ ਰੱਖੇ ਇਹਨਾਂ ਦੇ ਪਰਿਵਾਰਾਂ ਨੂੰ, ਰੱਬ ਖੁੱਲੇ ਧਨ ਨਾਲ ਨਵਾਜੇ ਸਭ ਨੂੰ ਦਾਤਾ ਜੀ। ਅੱਛਾ ਜੀ, ਸਤਿ ਸ੍ਰੀ ਅਕਾਲ ਵਾਹਿਗੁਰੂ ਜੀ, ਰੱਬ ਤੁਹਾਨੂੰ ਵੀ ਰਹਿਮਤਾਂ ਚ ਰੱਖੇ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਇਹ ਭੈਣ ਜੀ ਮੈਨੂੰ ਨਾਂ ਤਾਂ ਨਹੀਂ ਇਹਨਾਂ ਦਾ ਪਤਾ, ਅਸੀਂ ਇਹਨਾਂ ਨੂੰ ਕਾਂਚੀ ਟੀਵੀ ਦੀ ਟੀਮ ਵੱਲੋਂ, ਅਸੀਂ ਆਪਣੇ ਪਰਿਵਾਰ ਵੱਲੋਂ, ਸਾਰਿਆਂ ਸਰੋਤਿਆਂ ਵੱਲੋਂ ਅਸੀਂ ਈਦ ਮੁਬਾਰਕ ਕਹਿੰਦੇ ਹਾਂ। ਅਸੀਂ ਪਹਿਲਾਂ ਵੀ ਕਿਹਾ ਆ, ਤੁਹਾਨੂੰ ਫਿਰ ਦੁਬਾਰਾ ਅਸੀਂ ਈਦ ਮੁਬਾਰਕ ਕਹਿੰਦੇ ਹਾਂ। ਪਰਮਾਤਮਾ ਅੱਲਾ ਤੁਹਾਨੂੰ ਵੀ ਘਰ 'ਚ ਖੁਸ਼ੀਆਂ ਦੇਵੇ ਤੇ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਕੋਲ ਵੀ ਕਰਿਆ ਕਰੋ, ਪਿਆਰ ਵੀ ਵੱਧਦਾ ਆ ਤੇ ਇੱਕ ਦੂਜੇ ਦਾ ਮੈਸੇਜ ਵੀ ਇੱਕ ਦੂਜੇ ਨੂੰ ਇਹ ਪਤਾ ਲੱਗਦਾ ਆ। ਹਾਂਜੀ, ਉੱਚਾ ਰਤਬਾ ਪਾਉਣ ਕਰਕੇ ਕੰਮ ਭਲਾਈ ਦਾ, ਉੱਚਾ ਰੁਤਬਾ ਪਾਉਣ ਕਰਕੇ ਕੰਮ ਭਲਾਈ ਦਾ, ਵਤਨ ਦੀ ਰੱਖਿਆ ਕਰਨੀ ਬਣਦਾ ਹੱਕ ਸਿਪਾਹੀ ਦਾ। ਜੋ ਬਾਬਾ ਸਾਹਿਬ ਜੀ ਨੇ ਕੀਤਾ, ਉਹਨੇ ਸਿਪਾਹੀ ਦਾ ਕੰਮ ਕੀਤਾ, ਕਿਉਂਕਿ ਬਹੁਤ ਉਹਨੂੰ ਮਿਹਨਤ ਕੀਤੀ। ਫਿਰ ਅੱਗੇ ਹੈ, ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ, ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ, ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ। ਇਹ ਉਸ ਸਮੇਂ ਦੀ ਗੱਲ ਜਦੋਂ ਬਾਬਾ ਸਾਹਿਬ ਨੇ ਲੋਕਾਂ ਲਈ, ਦੁਨੀਆ ਲਈ ਆਪਣਾ ਘਰ-ਬਾਰ ਛੱਡ ਕੇ ਵੀ ਇੰਨੇ ਔਖੇ ਹੱਕ ਲੈ ਕੇ ਦਿੱਤੇ ਤੇ ਦੁਨੀਆ ਨੇ ਉਹਨਾਂ ਦੀ ਇੰਨੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਆਪਣੀ ਫੈਮਿਲੀ ਨਹੀਂ ਦੇਖੀ, ਆਪਣਾ ਘਰ ਨਹੀਂ ਦੇਖਿਆ। ਉਹਨਾਂ ਨੂੰ ਹਰ ਟਾਈਮ ਦੁਨੀਆ ਦੇ ਬੱਚੇ ਹੀ ਦਿਸਦੇ ਸਨ, ਦੁਨੀਆ ਦੀ ਗਰੀਬੀ ਦਿਸਦੀ ਸੀ। ਦੁਨੀਆ ਰਾਤ ਨੂੰ ਸੁੱਤੀ ਪਈ ਹੁੰਦੀ ਸੀ ਤੇ ਬਾਬਾ ਸਾਹਿਬ ਜਾਗਦੇ ਸੀ, ਕਿਉਂਕਿ ਉਹਨਾਂ ਦੀ ਪੜ੍ਹਾਈ ਇੰਨੀ ਸੀ, ਉਹਨਾਂ ਨੂੰ ਰਾਤ ਦਿਨ ਪੜ੍ਹਨਾ ਪੈਂਦਾ ਸੀ। ਇਸ ਕਰਕੇ ਉਹਨਾਂ ਨੇ ਜ਼ਿੰਦਗੀ ਹਜ਼ਾਰਾਂ ਦੀ ਕੌਡੀਆਂ ਦੇ ਭਾਅ ਰੋਲ ਦਿੱਤੀ। ਜੇ ਦੁਨੀਆ ਉਸ ਟਾਈਮ ਉਹਨਾਂ ਦਾ ਸਾਥ ਦਿੱਤਾ ਹੁੰਦਾ ਤੇ ਅੱਜ ਭਾਰਤ ਵਿੱਚ ਵੀ ਕਾਫੀ ਬਦਲਾਅ ਹੋਇਆ ਹੁੰਦਾ, ਕਾਫੀ ਸੁੱਖ ਹੋਇਆ ਹੁੰਦਾ, ਕਾਫੀ ਹਰ ਘਰ ਦੀ ਗਰੀਬੀ ਦੂਰ ਹੋਈ ਹੁੰਦੀ, ਪੂਰੇ ਹੱਕ ਮਿਲਦੇ। ਸਮੇਂ ਦੇ ਨਾਲ ਆਵਾਜ਼ ਉਠਾਉਣੀ ਪੈਂਦੀ ਆ। ਜਦੋਂ ਵਕਤ ਲੰਘ ਜਾਂਦਾ ਆ, ਉਹ ਵੇਲਾ ਹੱਥ ਨਹੀਂ ਆਉਂਦਾ। ਜਿਸ ਤਰ੍ਹਾਂ ਹੁਣ ਕਾਂਚੀ ਟੀਵੀ ਮੀਡੀਆ ਚੈਨਲ ਚੱਲਦਾ ਹੈ, ਤੁਸੀਂ ਆ ਕੇ ਕੋਲ ਕਰਦੇ ਹੋ, ਤੁਸੀਂ ਮੇਰੇ ਨਾਲ ਆਪਣੇ ਸੁਝਾਅ ਦਿੰਦੇ ਹੋ, ਮੈਨੂੰ ਟੈਲੀਫੋਨ ਕਰਦੇ ਹੋ। ਤਾਂ ਜੇ ਤੁਸੀਂ ਨਾ ਟੈਲੀਫੋਨ ਕਰੋ ਤਾਂ ਫਿਰ ਮੈਂ 2-4 ਵਾਰੀ ਆ ਕੇ ਮੈਂ ਆਪੇ ਹੀ ਫਿਰ ਹਟ ਜਾਣਾ, ਕਹਿਣਾ ਵੀ ਕੋਈ ਕੋਲ ਤਾਂ ਕਰਦਾ ਨਹੀਂ ਗਾ। ਇਸੇ ਤਰ੍ਹਾਂ ਸਮੇਂ ਦੇ ਹਿਸਾਬ ਦੇ ਨਾਲ ਹਰ ਇੱਕ ਮੌਕਾ ਵਰਤਿਆ ਜਾਂਦਾ ਆ। ਬਾਬਾ ਸਾਹਿਬ ਨੇ ਇਕੱਲਿਆਂ ਨੇ ਦੁੱਖਾਂ ਤਕਲੀਫਾਂ ਦਿੱਤੀਆਂ, ਇਹ ਮਜ਼ਦੂਰਾਂ ਦੇ ਵੀ ਹੱਕ ਦਿੱਤੇ ਆ। ਪਰ ਇਹ ਹੁਣ ਪੰਜਾਬ ਦੀਆਂ ਜਿਹੜੀਆਂ ਗੌਰਮੈਂਟਾਂ ਆ, ਉਹਨਾਂ ਨੂੰ ਚਾਹੀਦਾ ਆ ਉਹਨਾਂ 'ਤੇ ਗੌਰ ਕਰਨਾ। ਉਹਨਾਂ ਨੂੰ ਚਾਹੀਦਾ ਆ ਕਿ ਕਿੰਨਾ ਕੁ ਆਮਦਨ
ਗਰੀਬ ਦੀ ਮਜ਼ਦੂਰ ਦੀ ਹੋਣੀ ਚਾਹੀਦੀ ਆ ਕਿ ਉਹ ਸੌਖੇ ਤਰੀਕੇ ਦੇ ਨਾਲ ਆਪਣਾ ਘਰ ਪਰਿਵਾਰ ਪੜ੍ਹਾ ਲਿਖਾ ਸਕੇ, ਖਾਣਾ ਦੇ ਸਕੇ ਆਪਣੀ ਕਮਾਈ ਦੇ ਵਿੱਚੋਂ। ਅਤੇ ਇਹ ਹੁਣ ਮਜ਼ਦੂਰਾਂ ਦਾ ਵੀ ਸਾਥ ਦੇਣਾ ਚਾਹੀਦਾ ਹੈ, ਉਹਨਾਂ ਦੀ ਮਿਹਨਤ ਵੀ ਪੂਰੀ ਮਿਲਣੀ ਚਾਹੀਦੀ ਆ, ਕਿਉਂਕਿ ਬਾਬਾ ਸਾਹਿਬ ਨੇ ਤਾਂ ਬਹੁਤ ਮਿਹਨਤ ਕੀਤੀ ਆ। ਜਿਹੜੇ ਗੌਰਮੈਂਟਾਂ ਆ, ਸਰਕਾਰਾਂ ਆ, ਇਹ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਹੱਕ ਦੇਣੇ ਚਾਹੀਦੇ ਹਨ। 2 ਲਾਈਨਾਂ ਸ਼ੇਰ ਆ। ਸੂਰਬੀਰ ਅਣਖੀ ਯੋਧਾ, ਸੂਰਬੀਰ ਅਣਖੀ ਯੋਧਾ, ਗਰੀਬ ਪਰਿਵਾਰ ਦਾ ਸੂਰਬੀਰ ਅਣਖੀ ਯੋਧਾ, ਗਰੀਬ ਪਰਿਵਾਰ ਦਾ, ਲਿਖਣ ਵਾਲਾ ਸੰਵਿਧਾਨ ਭਾਰਤ ਦਾ ਸੀ ਪੁੱਤ ਚਮਾਰਾਂ ਦਾ। ਲਿਖਣ ਵਾਲਾ ਸੰਵਿਧਾਨ ਭਾਰਤ ਦਾ ਸੀ ਪੁੱਤ ਚਮਾਰਾਂ ਦਾ, ਸੀ ਪੁੱਤ ਚਮਾਰਾਂ ਦਾ। ਜਦ ਬਾਬਾ ਸਾਹਿਬ ਨੇ ਇੰਨੀ ਔਖੀ ਮਿਹਨਤ ਕੀਤੀ ਸੀ ਅਤੇ ਉਹਨਾਂ ਦੇ ਨਾਲ ਸਾਥ ਲੈ ਕੇ ਉਹਦਾ ਪਿੱਛਾ ਛੱਡਣਾ ਇਹ ਗਲਤ ਸੀਗੀ, ਕਿਉਂਕਿ ਜਦੋਂ ਸਮਾਂ ਲੰਘ ਜਾਂਦਾ ਹੈ ਫਿਰ ਉਹ ਮੁੜ ਕੇ ਹੱਥ ਨਹੀਂ ਆਉਂਦਾ ਅਤੇ ਆਪਾਂ ਫਿਰ ਕੁਝ ਨਹੀਂ ਕਰ ਸਕਦੇ। ਅਧਿਕਾਰ ਵੋਟ ਦਾ ਦਿੱਤਾ ਭੀਮ ਨੇ, ਅਧਿਕਾਰ ਵੋਟ ਦਾ ਦਿੱਤਾ ਭੀਮ ਨੇ, ਮਾਣ ਗਰੀਬਾਂ ਨੂੰ, ਜ਼ਾਲਮਾਂ ਦਾ ਕਰਕੇ ਨਾਸ਼, ਮਿਲਿਆ ਸੁੱਖ ਫਰੀਦਾਂ ਨੂੰ। ਹੈਲੋ ਜੀ। ਹੈਲੋ ਭੈਣ ਜੀ, ਮੈਂ ਬੈਡਫੋਰਡ ਤੋਂ ਫਿਰ ਤੁਹਾਡੇ ਨਾਲ ਗੱਲਬਾਤ ਕਰਨ ਆ ਗਿਆ। ਹਾਂਜੀ ਜ਼ਰੂਰ ਜੀ ਵੀਰ ਜੀ, ਆਓ। ਡਾਕਟਰ ਅੰਬੇਦਕਰ ਨੇ ਜੋ ਰੂਲ ਕੱਢੇ ਸਨ ਉਹਨਾਂ ਦੇ ਮੁਤਾਬਕ ਮਜ਼ਦੂਰ ਨੂੰ ਕਾਫੀ ਫਾਇਦੇ ਹੋਏ ਸਨ। ਅਤੇ ਭੈਣ ਜੀ ਮੈਂ ਹਾਲਾਂਕਿ ਟੈਲੀਵਿਜ਼ਨ 'ਤੇ ਐਡ ਵੀ ਚੱਲਦਾ ਹੈ, ਪਰ ਮੈਂ ਇੱਕ ਅਨਾਊਂਸਮੈਂਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਬੈਡਫੋਰਡ ਵਿਖੇ ਬਾਬਾ ਸਾਹਿਬ ਦਾ ਬਰਥਡੇ ਮਨਾ ਰਹੇ ਹਾਂ ਔਰ ਅਸੀਂ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ। ਪਲੀਜ਼ ਡੂ ਕਮ ਟੂ ਬੈਡਫੋਰਡ ਐਂਡ ਇਸ ਸੈਲੀਬ੍ਰੇਸ਼ਨ ਦੇ ਤੁਸੀਂ ਜ਼ਰੂਰ ਹਿੱਸਾ ਪਾਓ। ਅਤੇ ਇੱਥੇ ਐਗਜ਼ੀਬਿਸ਼ਨ ਵੀ ਲੱਗਾ ਹੋਇਆ ਹੈ ਅਤੇ ਮੈਂ ਕੱਲ੍ਹ ਹੀ ਆਪਣੇ ਗੁਰਦੁਆਰੇ ਗਿਆ ਸੀਗਾ ਅਤੇ ਐਗਜ਼ੀਬਿਸ਼ਨ ਵੀ ਲੱਗਾ ਹੋਇਆ ਹੈ। ਸਾਡੇ ਵਰਕਰਸ ਅਰੁਣ ਕੁਮਾਰ ਹੋਰ ਉਹਦੇ ਸਾਥੀ ਬਹੁਤ ਹਾਰਡ ਕੰਮ ਕਰਦੇ ਹੋਏ ਐਗਜ਼ੀਬਿਸ਼ਨ ਤਿਆਰ ਕਰ ਰਹੇ ਹਨ। ਸਪੈਸ਼ਲੀ ਯੰਗ ਮਿਸਟਰ ਚਰਨਜੀਤ ਚੁੰਬਰ, ਉਹਨਾਂ ਨੇ ਵੀ ਆਪਣਾ ਹਿੱਸਾ ਐਗਜ਼ੀਬਿਸ਼ਨ ਵਿੱਚ ਪਾਇਆ। ਸੋ ਮੈਂ ਹਰ ਇੱਕ ਨੂੰ ਇਹ ਇਨਵੀਟੇਸ਼ਨ ਰਾਹੀਂ ਅਪੀਲ ਕਰਦਾ ਹਾਂ, ਪਲੀਜ਼ ਡੂ ਵਿਜ਼ਿਟ ਬੈਡਫੋਰਡ to see the birthday celebration of Baba Sahib. Thank you. Bye. Okay ਵੀਰ ਜੀ, ਥੈਂਕ ਯੂ ਤੁਹਾਡਾ। ਇਹ ਤਰਸੇਮ ਬੰਗੜ ਵੀਰ ਜੀ ਬੈਡਫੋਰਡ ਤੋਂ ਇਹ ਦੋਹਰੀ ਵਾਰੀ ਆ ਕੇ ਇਹਨਾਂ ਨੇ ਮੈਸੇਜ ਸਾਰੀ ਲੋਕਾਈ ਲਈ, ਸਾਰੀ ਦੁਨੀਆ ਲਈ, ਜਿੱਥੇ ਜਿੱਥੇ ਉਹਨਾਂ ਦੀ ਆਵਾਜ਼ ਗਈ ਆ ਅਤੇ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਤੁਸੀਂ ਬੈਡਫੋਰਡ ਪ੍ਰੋਗਰਾਮ ਰੱਖਿਆ ਹੈ ਅਤੇ ਉਹ ਆ ਕੇ ਤੁਸੀਂ ਰੌਣਕ ਵਧਾਉਣੀ ਆ ਅਤੇ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਉਣਾ। ਜਦੋਂ ਸਾਰੇ ਆਪਾਂ ਇਕੱਠੇ ਹੋ ਕੇ ਜਾਂਦੇ ਹਾਂ ਤਾਂ ਉਹ ਖੁਸ਼ੀਆਂ, ਰੌਣਕਾਂ ਉਹ ਦੁੱਗਣੀਆਂ ਹੋ ਜਾਂਦੀਆਂ ਹਨ। ਤਾਂ ਸਾਰੇ ਟਾਊਨਾਂ ਦੇ ਵਿੱਚ, ਸਾਰੇ ਕੰਟਰੀਆਂ ਦੇ ਵਿੱਚ ਵੱਖਰੇ ਵੱਖਰੇ ਟਾਈਮ 'ਤੇ ਇਸੇ ਕਰਕੇ ਮਨਾਇਆ ਜਾਂਦਾ ਹੈ ਕਿ ਸਾਰੇ ਉੱਥੇ ਹਰ ਇੱਕ ਥਾਂ ਪਹੁੰਚ ਸਕਣ ਟਾਈਮ ਟੂ ਟਾਈਮ। ਜਦੋਂ ਆਪਾਂ ਇੱਕ ਦਿਨ 'ਚ ਹੀ ਮਨਾ ਲੈਂਦੇ ਹਾਂ ਅਤੇ ਸਾਰੇ ਪਾਸੇ ਨਹੀਂ ਜਾ ਹੁੰਦਾ, ਕਿਉਂਕਿ ਕਈ ਵਾਰੀ ਕੋਈ ਵਿਆਹ ਸ਼ਾਦੀ ਵੀ ਆ ਜਾਂਦਾ ਹੈ। ਅਤੇ ਤਰਸੇਮ ਵੀਰ ਜੀ ਬੰਗੜ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨੇ ਮੈਸੇਜ ਉਹਨਾਂ ਦਾ ਸੁਣ ਲਿਆ ਆ ਟੈਲੀਵਿਜ਼ਨ 'ਤੇ, ਅਤੇ ਸਾਰਿਆਂ ਨੂੰ ਇਹ ਕੋਸ਼ਿਸ਼ ਵੀ ਕਰਨੀ ਚਾਹੀਦੀ ਆ, ਕਿਉਂਕਿ ਰਲ ਮਿਲ ਕੇ ਰੌਣਕਾਂ ਵਧਾਉਣ ਦੇ ਨਾਲ
ਖੁਸ਼ੀ ਬਹੁਤ ਵੱਧਦੀ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ, ਅਤੇ ਆਪਾਂ ਗੱਲ ਕਰਦੇ ਹਾਂ ਕਾਂਛੀ ਟੀਵੀ 'ਤੇ। ਕਾਂਛੀ ਟੀਵੀ ਦੀ ਵੀ ਇੱਕ ਅਸੀਂ ਕਵਿਤਾ ਪੜ੍ਹ ਦਈਏ। ਜਿਨੀ ਕਾਂਛੀ ਟੀਵੀ ਚੈਨਲ ਚਲਾਇਆ, ਆ ਜਾਓ ਧੰਨਵਾਦ ਕਰੀਏ। ਜਿਨੀ ਘਰ ਘਰ ਮਿਸ਼ਨ ਪਹੁੰਚਾਇਆ, ਆ ਜਾਓ ਧੰਨਵਾਦ ਕਰੀਏ। ਕਿਉਂ ਜੀ, ਧੰਨਵਾਦ ਤਾਂ ਕਰਨਾ ਚਾਹੀਦਾ ਆ। ਕਾਂਛੀ ਟੀਵੀ ਚੈਨਲ ਚਲਾਉਣ ਲਈ ਵੀ ਬਹੁਤ ਮਿਹਨਤਾਂ ਕੀਤੀਆਂ ਸਾਡੇ ਵੀਰਾਂ ਨੇ। ਰਾਤ ਦਿਨ ਉਹਨਾਂ ਨੇ ਮਿਹਨਤਾਂ ਕਰਕੇ ਹਾਂਜੀ ਇਹਨਾਂ ਨੂੰ ਕਾਮਯਾਬ ਕੀਤਾ, ਕਾਂਛੀ ਟੀਵੀ ਨੂੰ। ਅਤੇ ਅਸੀਂ ਕਿਤੇ ਫੇਰ ਗੱਲ ਕਰਾਂਗੇ, ਇਹ ਕਵਿਤਾ ਫੇਰ ਕਿਤੇ ਪੜ੍ਹਾਂਗੇ। ਹੁਣ ਸਾਡਾ ਟਾਈਮ ਖ਼ਤਮ ਹੋਣ ਵਾਲਾ ਹੀ ਹੈ, ਅਤੇ ਅਸੀਂ ਜਿੰਨੇ ਵੀ ਕੋਲ ਆਏ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਫਿਰ ਇੱਕ ਵਾਰੀ ਮਜ਼ਦੂਰ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਅਤੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਵੀ ਈਦ ਮੁਬਾਰਕ ਦੀਆਂ ਬਹੁਤ ਬਹੁਤ ਵਧਾਈਆਂ। ਕਾਂਛੀ ਟੀਵੀ ਦੀ ਟੀਮ ਵੱਲੋਂ ਵੀ ਅਤੇ ਸਾਡੇ ਰੱਤੂ ਪਰਿਵਾਰ ਵੱਲੋਂ ਵੀ। ਆਪਣੇ ਘਰਾਂ ਵਿੱਚ ਤੁਸੀਂ ਰਾਜੀ ਖੁਸ਼ੀ ਰਹੋ। ਨੈਕਸਟ ਵੀਕ ਕੋਈ ਨਾ ਕੋਈ ਟੌਪਿਕ ਲੈ ਕੇ ਆਵਾਂਗੇ, ਅਤੇ ਇਸੇ ਤਰ੍ਹਾਂ ਸਾਡਾ ਸਾਥ ਦਿਆ ਕਰੋ। ਅਸੀਂ ਤੁਹਾਡੇ ਸਾਥ ਦੇ ਵਾਸਤੇ ਹੀ ਇੱਥੇ ਆ ਕੇ ਬੈਠ ਕੇ ਗੱਲਬਾਤ ਕਰਾਂਗੇ। ਬਹੁਤ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਰੱਬ ਰਾਖਾ। ਤੁਸੀਂ ਆਪਣੇ ਘਰਾਂ ਵਿੱਚ ਖੁਸ਼ ਰਹੋ ਜੀ।